इस पंक्ति का उच्चारण और विश्राम आप श्रवण कर लो। मल जूई भरिया नीला काला खिदुलड़ा। इनू जूई नहीं पढ़ना, जदे ते टिप्पी ला के जूई पढ़ांगे। जूई जूआ जिन्हों कहते हैं। तिन वेमुख वे मुखे नू पाया। मल का मतलब मैल ते खिदोलड़ा का मतलब हैगा जुल्ला। नीला काला यानी काले रंग का होया, मैल और जूआ दे नाल भरिया होया नीला ते काला जुल्ला बेमुख ने बेमुख नू पा दिता। यानी जो मरवाहा सी गुरु तो बेमुख सी ते उन्हें दूजे अपने साथी नाल जिहड़ा बेमुख ही है गुरु गल दे विच पा के ते अकबर तक उन्होंने भेजिया है। हुण अकबर दे कोल जाके जदों शिकायत कीती गई है ते शिकायत झूठी समझ के उसनू खारिज कर दिता गया ते ओदी अगली गल करदे ने कि उत्थों फिर वापस आउणा पिया। पास ना देई कोई बहन जगत में है। इत्थे बहन ते थोड़ा जिहा विश्राम लावांगे। पास ना देई कोई बहन जगत में है, गूह पढ़ सगवी मल लाए मन मुखाया। गूह इत्थे गग्गे दे उत्ते टिप्पी लावांगे, गूह पढ़। इनू पढ़ नहीं बोलना, डाड़े थले हाहा नहीं बोलना, पढ़ बोलना है। पढ़ पढ़ का मतलब हुंदा है पैना। जे पढ़ बोलोगे भारा करके फिर एदा अर्थ बन जाएगा पढ़ना। इत्थे पढ़ बोलना है, पढ़ हिंदी वाला पढ़, डिगना। गूं का मतलब गंध, सगवी का मतलब सगों वधेरी। पास ना कोई देई पास ना देई कोई बहन जगत में। हुण दुनिया विच उहनूं कोई कोल नहीं बहन दिंदा क्योंकि बेमुख ने ना गुरु के खिलाफ शिकायत की है। गूं पढ़ गंदगी विच पै के सगवी मल लाए। सगवी मल लाए का मतलब होर मैल ला के मनमुख आया। ये जो मनमुख है उथों वापस आ गया। हुण गूं विच पैना की है, गंदगी विच पैना की है, निंदिया करनी, किसी की बदखोई करनी, ये मैल है। इस मैल के अंदर पै के होर जिहड़ी है मैल ला है। पहला ही मनमुख सी, पहला ही सच के खिलाफ शिकायत लैन जा रहा है ते निंदिया दी मैल होर अपने अंदर भर के ते उथों वापस आ गया है। पराई जो निंदा चुगली नूं वेमुख करके भेजिया, उथे पी मुंह काला दोहां वेमुखां दा कराया। ਇਹਦਾ ਵਿਸ਼ਰਾਮ ਇਸ ਤਰ੍ਹਾਂ ਹੋਏਗਾ, ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ। ਇੱਥੇ ਵਿਸ਼ਰਾਮ ਆਏਗਾ। ਉਥੇ ਪੀਹ ਮੂੰਹ ਕਾਲਾ, ਇੱਥੇ ਵਿਸ਼ਰਾਮ ਆਏਗਾ। ਦੁਹਾਂ ਵੇਮੁਖਾਂ ਦਾ ਕਰਾਇਆ। ਦੋਹਾਂ ਨਹੀਂ ਪੜਨਾ, ਦੁਹਾਂ। ਜੋ ਮਨਮੁਖ ਪਰਾਈ ਨਿੰਦਾ ਤੇ ਚੁਗਲੀ ਕਰਨ ਲਈ ਸਲਾਹ ਕਰਕੇ ਭੇਜਿਆ ਗਿਆ ਸੀ, ਉੱਥੇ ਵੀ ਇਹਨਾਂ ਦੋਹਾਂ ਦਾ ਮੂੰਹ ਕਾਲਾ ਹੋਇਆ ਕਿਉਂਕਿ ਗੁਰੂ ਦੇ ਖਿਲਾਫ ਇਹ ਕੁਝ ਸਬੂਤ ਪੇਸ਼ ਕਰ ਨਹੀਂ ਸਕੇ। ਜਿਵੇਂ ਗੁਰੂ ਜੀ ਦੇ ਖਿਲਾਫ ਸ਼ਿਕਾਇਤਾਂ ਜਾਂਦੀਆਂ ਸਨ ਕਿ ਇਹ ਜੀ ਧਰਮਾਂ ਦੇ ਖਿਲਾਫ ਨੇ, ਜਾਤੀਵਾਦ ਦੇ ਖਿਲਾਫ ਨੇ, ਨੀਵਿਆਂ ਨੂੰ ਉੱਚਾ ਕਰ ਰਹੇ ਨੇ ਜਾਂ ਸਤੀ ਪ੍ਰਥਾ ਦੇ ਖਿਲਾਫ ਬੋਲਦੇ ਨੇ ਜਾਂ ਜੋ ਵੀ, ਤਾਂ ਉੱਥੇ ਵੀ ਉਹਨਾਂ ਸ਼ਿਕਾਇਤਾਂ ਦਾ ਕੋਈ ਪ੍ਰੂਫ ਨਹੀਂ ਹੈ। ਭਾਵ ਕਿ ਗੁਰੂ ਜੀ ਜੋ ਕਰ ਰਹੇ ਨੇ ਉਹ ਬਿਲਕੁਲ ਸੱਚ ਕਰ ਰਹੇ ਨੇ। ਬਾਦਸ਼ਾਹ ਨੇ ਵੀ ਇਹ ਜਿਹੜਾ ਫਰਮਾਨ ਜਾਰੀ ਕਰ ਦਿੱਤਾ, ਫੈਸਲਾ ਦੇ ਦਿੱਤਾ। ਤੜ ਸੁਣਿਆ, ਇੱਥੇ ਵਿਸਰਾਮ ਲਗਾਵਾਂਗੇ। ਸਬਤ ਜਗਤ ਵਿੱਚ ਭਾਈ ਵੇਮੁਖ ਸਣੇ ਨਫਰੇ ਪੌਲੀ ਪੌਂਦੀ ਫਾਵਾ ਹੋਏ ਕੈ ਉੱਠ ਘਰ ਆਇਆ। ਤੜ ਸੁਣਿਆ, ਇੱਥੇ ਵਿਸਰਾਮ। ਸਬਤ ਜਗਤ ਵਿੱਚ ਭਾਈ, ਇੱਥੇ ਥੋੜਾ ਵਿਸ਼ਰਾਮ। ਵੇਮੁਖ ਸਣੇ ਨਫਰੇ ਪੌਲੀ ਪੌਂਦੀ, ਇੱਥੇ ਵਿਸਰਾਮ। ਫਾਵਾ ਹੋਏ ਕੈ ਵਿਸਰਾਮ, ਉੱਠ ਘਰ ਆਇਆ। ਤੜ ਸੁਣਿਆ, ਤੜ ਦਾ ਮਤਲਬ ਹੈਗਾ ਤੁਰੰਤ। ਤੁਰੰਤ। ਸਬਤ ਦਾ ਮਤਲਬ ਸਭ ਥਾਵਾਂ ਤੇ। ਸਣੇ ਦਾ ਮਤਲਬ ਸਮੇਤ। ਨਫਰ ਦਾ ਮੀਨਿੰਗ ਹੈਗਾ ਨੌਕਰ। ਪੌਲੀ ਪੌਂਦੀ ਦਾ ਮਤਲਬ ਜੁੱਤੀਆਂ ਪੈਂਦਿਆਂ। ਇਹ ਨਹੀਂ ਪੌਲਾ ਜਿਵੇਂ ਕਹਿੰਦੇ ਮੇਰੀ ਜੁੱਤੀ ਦਾ ਪੌਲਾ, ਮੇਰੇ ਪੌਲਾ ਜਾਣੇ। ਪੌਲੀ ਪੌਂਦੀ, ਪੌਦੀ ਨਹੀਂ ਪੜਨਾ, ਪੌਂਦੀ, ਜੁੱਤੀਆਂ ਪੈਂਦਿਆਂ। ਫਾਵਾ ਹੋਏ ਕੇ, ਬੌਰਾ ਹੋ ਕੇ, ਕਮਲਾ ਹੋ ਕੇ ਤੇ ਡੌਰ ਪੌਰਾ ਹੋ ਕੇ ਘਰ ਆ ਗਿਆ। ਸੰਸਾਰ ਵਿੱਚ ਸਭਨੀ ਪਾਸੀ ਤੁਰੰਤ ਸੁਣਿਆ ਗਿਆ ਕਿ ਇਹ ਭਾਈ ਬੇਮੁਖ ਬੰਦਾ ਨੌਕਰ ਸਮੇਤ ਜੁੱਤੀਆਂ ਪਈਆਂ ਤੇ ਚੰਗਾ ਹੌਲਾ ਹੋ ਕੇ ਘਰ ਨੂੰ ਆਇਆ ਹੈ। ਯਾਨੀ ਡੌਰ ਪੌਰਾ ਹੋ ਕੇ ਘਰ ਨੂੰ ਆਇਆ ਹੈ। ਬੇਇੱਜ਼ਤੀ ਕਰਾ ਕੇ ਘਰ ਆਇਆ ਹੈ। ਲੋਕ ਇਹ ਗੱਲਾਂ ਕਰਦੇ ਨੇ।
ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੇ। ਇਹਨੂੰ ਰਲਣਾ ਨਹੀਂ ਪੜਨਾ, ਰਣਾਣਾ ਬੋਲਣਾ ਹੈ। ਅੱਗੇ ਸੰਗਤੀ ਤੱਤੇ ਨਾਲ ਬਿੰਦੀ ਲਾਣੀ ਹੈ ਸੰਗਤਾਂ ਵਿੱਚ। ਅੱਗੇ ਸੰਗਤੀ ਕੁੜਮੀ ਬਿੰਦੀ ਲਾਣੀ ਹੈ। ਵੇਮੁਖ ਰਲਣਾ ਨਾ ਮਿਲੇ। ਤਾਂ ਵਹੁਟੀ ਭਤੀਜੀ ਬਿੰਦੀ ਲਗਾਣੀ ਹੈ, ਲੱਗੀ ਹੋਈ ਹੈ ਪਹਿਲਾਂ ਹੀ ਭਤੀਜੀ। ਫਿਰ ਆਣ ਘਰ ਪਾਇਆ। ਘਰ ਪਾਇਆ ਦਾ ਮਤਲਬ ਘਰ ਲੈ ਆਂਦਾ। ਹੁਣ ਅੱਗੇ ਸੰਗਤਾਂ ਤੇ ਕੁੜਮਾਂ ਯਾਨੀ ਸਾਕਾਂ ਅੰਗਾਂ ਵਿੱਚ ਬੇਮੁਖ ਨੂੰ ਬਹਿਣਾ ਨਹੀਂ ਮਿਲਦਾ। ਜਿਹੜੇ ਕੁੜਮਾਚਾਰੀ ਨੇ ਉਹਨਾਂ ਨੇ ਵੀ ਕਹਿ ਦਿੱਤਾ ਵੀ ਅਸੀਂ ਨਹੀਂ ਵਰਤਣਾ, ਕਿਉਂਕਿ ਇਹ ਗੁਰੂ ਦੇ ਖਿਲਾਫ ਭੁਗਤਿਆ। ਸੰਗਤਾਂ ਨੇ ਵੀ ਕਹਿ ਦਿੱਤਾ ਵੀ ਅਸੀਂ ਇਹਦੇ ਨਾਲ ਨਹੀਂ ਵਰਤਣਾ। ਜੋ ਆਮ ਰਿਸ਼ਤੇ ਨਾਤੇ ਨੇ ਉਹਨਾਂ ਨੇ ਵੀ ਕਿਹਾ ਵੀ ਸਾਡੇ ਵੱਲ ਨਾ ਆਈ, ਸਾਡਾ ਤੇਰਾ ਮਿਲਵਰਤਨ ਖਤਮ, ਕਿਉਂਕਿ ਤੂੰ ਗੁਰੂ ਦੇ ਖਿਲਾਫ ਹੈ। ਤਾਂ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ। ਤਾਂ ਫਿਰ ਇਹਦੀ ਵਹੁਟੀ ਨੇ, ਘਰ ਵਾਲੀ ਨੇ, ਔਰ ਇਹਦੇ ਭਤੀਜਿਆਂ ਨੇ ਇਹਨੂੰ ਘਰ ਲੈ ਆਂਦਾ। ਹਲਤ ਪਲਤ ਦੋਵੇਂ ਗਏ, ਨਿਤ ਭੁੱਖਾ ਕੂਕੇ ਤਿਹਾਇਆ। ਹਲਤ ਪਲਤ ਲੋਕ ਪਰਲੋਕ ਯਾਨੀ ਹਰ ਥਾਂ, ਇੱਥੇ ਉੱਥੇ, ਨਿਤ ਭੁੱਖਾ ਕੂਕੇ ਤਿਹਾਇਆ। ਤਿਹਾਇਆ ਦਾ ਮਤਲਬ ਜਿਹੜਾ ਹੈ ਭੁੱਖਾ ਪਿਆਸਾ, ਸੰਤੋਖ ਨਾ ਹੋਣਾ, ਖੁਸ਼ੀ ਦਾ ਗਵਾਚ ਜਾਣਾ। ਉਹਨੇ ਆਪਣੇ ਲੋਕ ਪਰਲੋਕ ਗਵਾ ਲਏ, ਭਾਵ ਸਾਰਾ ਸਮਾਂ ਆਪਣਾ ਵਿਅਰਥ ਕਰ ਲਿਆ। ਔਰ ਭੁੱਖਾ ਔਰ ਧਿਆਇਆ ਕੂਕਦਾ ਹੈ, ਭਾਵ ਕਿ ਹੁਣ ਦੁਖੀ ਹੈ, ਭੁੱਖਾ ਧਿਆਇਆ ਕੂਕ ਰਿਹਾ ਮੀਨਸ ਪਛਤਾ ਰਿਹਾ ਹੈ, ਹੁਣ ਪਛਤਾਵੇ ਦਾ ਦੁੱਖ ਭੋਗ ਰਿਹਾ ਹੈ। ਧੰਨ ਧੰਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਸੱਚ ਤੇ ਵਿਸ਼ਰਾਮ ਲਾਣਾ ਹੈ। ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਬਹਿ ਦਾ ਮਤਲਬ ਬਹਿ ਕੇ, ਗੋ ਦੇ ਨਾਲ। ਧੰਨ ਸਿਰਜਣ ਮਾਲਕ ਪ੍ਰਭੂ ਹੈ, ਜਿਨਨੇ ਗੋਹ ਦੇ ਨਾਲ ਸੱਚਾ ਨਿਆਂ ਕਰਾਇਆ ਹੈ। ਪ੍ਰਭੂ ਦੀ ਵਡਿਆਈ ਕਰ ਰਹੇ ਨੇ ਕਿ ਪ੍ਰਭੂ ਦੀ ਰਹਿਮਤ ਦੇ ਨਾਲ ਇਹ ਜਿਹੜਾ ਨਿਆਂ ਹੈ ਇਹ ਬਿਲਕੁਲ ਸੱਚਾ ਹੋਇਆ ਹੈ। ਕਚਹਿਰੀ ਦੇ ਵਿੱਚ ਨਿਆਂ ਸੱਚਾ ਕੀਤਾ ਗਿਆ ਹੈ, ਇਹ ਪ੍ਰਭੂ ਦੀ ਦਇਆ ਹੈ। ਹੁਣ ਅੱਗੇ ਦੱਸਦੇ ਨੇ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸੱਚ ਹੈ ਮਾਰ ਪਚਾਇਆ। ਸਾਚੇ ਨਹੀਂ ਪੜਨਾ, ਸੱਚ ਹੈ, ਸੱਚੇ ਨੇ। ਮਾਰ ਪਚਾਇਆ, ਮਾਰ ਪਚਾਇਆ ਦਾ ਮਤਲਬ ਖੁਆਰ ਕੀਤਾ, ਪਚਾਇਆ ਦਾ ਮਤਲਬ ਖੁਆਰ ਕਰਨਾ, ਮਾਰ ਦਾ ਮਤਲਬ ਮਾਰ ਕੇ, ਆਤਮਕ ਮੌਤੇ ਮਾਰ ਕੇ। ਜੋ ਮਨੁੱਖ ਸਤਿਗੁਰ ਦੀ ਨਿੰਦਾ ਕਰਦਾ ਹੈ, ਸੱਚਾ ਪ੍ਰਭੂ ਉਹਨੂੰ ਆਤਮਕ ਮੌਤੇ ਮਾਰ ਕੇ ਦੁਖੀ ਕਰ। ਹੁਣ ਸਤਿਗੁਰ ਦੀ ਨਿੰਦਾ ਦਾ ਮਤਲਬ ਕਿ ਜੋ ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ ਹੈ, ਯੂਨੀਵਰਸਲ ਟਰੁੱਥ ਹੈ, ਜੋ ਇਹਨਾਂ ਸਿਧਾਂਤਾਂ ਦੇ ਵਿਰੋਧ ਵਿੱਚ ਬੋਲਦਾ ਹੈ ਜਾਂ ਇਹਨਾਂ ਸਿਧਾਂਤਾਂ ਨੂੰ ਨਹੀਂ ਅਪਣਾਉਂਦਾ ਹੈ, ਤਾਂ ਉਹਦਾ ਰਿਜ਼ਲਟ ਕੀ ਨਿਕਲਦਾ ਹੈ ਕਿ ਉਹ ਖਪਦਾ ਹੈ, ਵਿਕਾਰਾਂ ਦੇ ਵਿੱਚ ਦੁਖੀ ਹੁੰਦਾ ਹੈ, ਨਿੰਦਾ, ਚੁਗਲੀ, ਝੂਠ, ਫਰੇਬ ਦੇ ਅੰਦਰ। ਤੇ ਸੱਚਾ ਪ੍ਰਭੂ ਉਹਨੂੰ ਹੁਕਮ ਦੇ ਅੰਦਰ ਮਾਰ ਦਿੰਦਾ ਹੈ। ਮਾਰਨ ਦਾ ਮਤਲਬ ਇਹ ਨਹੀਂ ਹੈ ਕਿ ਉਹਦਾ ਸਰੀਰ ਮਰ ਜਾਂਦਾ ਹੈ ਜਾਂ ਉਹਦੀ ਮੌਤ ਹੋ ਜਾਂਦੀ ਹੈ ਜਾਂ ਉਹਦੀ ਲੱਤ ਬਾਂਹ ਟੁੱਟ ਜਾਂਦੀ ਹੈ, ਐਸਾ ਨਹੀਂ। ਉਹਦੀ ਆਤਮਕ ਮੌਤ ਹੋ ਜਾਂਦੀ ਹੈ। ਉਸ ਬੰਦੇ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਉਹਦੀ ਜ਼ਮੀਰ ਮਰ ਜਾਂਦੀ ਹੈ। ਦੇਖੋ, ਕੋਈ ਵੀ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕੋਈ ਵੀ ਇਸਤਰੀ ਪੁਰਸ਼, ਜ਼ਮੀਰ ਮਰ ਗਈ ਤੇ ਬੰਦਾ ਖਤਮ, ਇਨਸਾਨੀਅਤ ਖਤਮ, ਬੰਦਾ ਖਤਮ। ਇੱਕ ਢਾਂਚਾ ਰਹਿ ਜਾਂਦਾ ਹੈ, ਸਰੀਰ ਰਹਿ ਜਾਂਦਾ ਹੈ, ਅੰਦਰ ਬੰਦਾ ਮਰ ਚੁੱਕਾ ਹੁੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ, ਸੱਚ ਦੇ ਖਿਲਾਫ ਬੋਲਦਾ ਹੈ, ਸੱਚਾ ਪ੍ਰਭੂ ਉਹਨੂੰ ਆਤਮਕ ਮੌਤੇ ਮਾਰ ਕੇ ਖੁਆਰ ਕਰਦਾ ਹੈ, ਉਹਦੇ ਜੀਵਨ ਵਿੱਚ ਖੁਆਰੀ ਹੁੰਦੀ ਹੈ। ਔਰ ਸੰਸਾਰ ਦੇ ਵਿੱਚ ਅਸੀਂ ਵੇਖ ਰਹੇ ਹਾਂ, ਹੁਣ ਜਿੰਨੇ ਲੋਕ ਸੱਚ ਦੇ ਨਾਲ ਜ਼ਿੰਦਗੀ ਜੀ ਰਹੇ ਨੇ, ਉਹ ਆਪ ਵੀ ਸੁਖੀ ਨੇ ਔਰ ਉਹ ਦੂਜਿਆਂ ਨੂੰ ਵੀ ਸੁਖ ਦਿੰਦੇ ਨੇ। ਲੇਕਿਨ ਜੋ ਲੋਕ ਰੱਬੀ ਰਜਾ ਵਿੱਚ ਜ਼ਿੰਦਗੀ ਨਹੀਂ ਜੀ ਰਹੇ, ਬਾਹਰੋਂ ਉਹ ਧਰਮੀ ਨੇ, ਧਾਰਮਿਕ ਬਾਣਾ ਪਹਿਨਿਆ ਹੈ, ਧਾਰਮਿਕ ਪਹਿਨਾਵੇ ਪਹਿਨੇ ਨੇ, ਪਰ ਉਹਨਾਂ ਦਾ ਬਿਹੇਵੀਅਰ ਜਿਹੜਾ ਹੈ ਉਹ ਸੱਚਾ ਸੁੱਚਾ ਨਹੀਂ, ਤਾਂ ਉਹ ਆਤਮਕ ਮੌਤੇ ਮਰੇ ਹੋਏ ਨੇ, ਆਪ ਵੀ ਖੁਆਰ ਨੇ, ਦੂਜਿਆਂ ਨੂੰ ਵੀ ਖੁਆਰ ਕਰਦੇ। ਇਹ ਅੱਖਰ ਤਿੰਨ ਆਖਿਆ, ਜਿਨ ਜਗਤ ਸਭ ਉਪਾਇਆ। ਜਿਵੇਂ ਕਿ ਮੈਂ ਪਹਿਲਾਂ ਕਈ ਵਾਰ ਆਪ ਨਾਲ ਵਿਚਾਰ ਸਾਂਝੀ ਕਰ ਚੁੱਕਾ, ਜਿਨ ਔਰ ਤਿੰਨ ਦੇ ਨੰਨੇ ਨਾਲ ਜਦੋਂ ਸਿਹਾਰੀ ਆਉਂਦੀ ਹੈ ਨਾ, ਤਾਂ ਉਦੋਂ ਇਹ ਸ਼ਬਦ ਇੱਕ ਵਚਨੀ ਹੁੰਦਾ ਹੈ। ਜਦੋਂ ਇਹਨਾਂ ਨਾਲ ਸਿਹਾਰੀ ਨਹੀਂ ਹੋਏਗੀ ਤਾਂ ਇਹ ਅੱਖਰ ਬਹੁਵਚਨੀ ਹੋਣਗੇ। ਇੱਥੇ ਜਿਨ ਦਾ ਔਰ ਤਿੰਨ ਦਾ ਮਤਲਬ ਤਿਨਾਂ ਨੇ ਜਾਂ ਜਿਨ੍ਹਾਂ ਨੇ ਨਹੀਂ ਹੈ, ਇੱਥੇ ਸਿੰਗੂਲਰ ਸ਼ਬਦ ਹੈ, ਜਿਸ ਨੇ, ਤਿਸ ਨੇ ਜਾਂ ਉਸ ਨੇ।
ਇਹ ਅੱਖਰ ਤਿੰਨ ਆਖਿਆ। ਅੱਖਰ ਦਾ ਮਤਲਬ ਬਚਨ, ਨਿਆਂ ਦਾ ਬਚਨ। ਤਿੰਨ ਦਾ ਮਤਲਬ ਉਸ ਪ੍ਰਭੂ ਨੇ। ਇਹ ਅੱਖਰ, ਇਹ ਅਟਲ ਬਚਨ ਮਾਨੋ ਉਸ ਪ੍ਰਭੂ ਨੇ ਆਪ ਆਖਿਆ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਯਾਨੀ ਇਹ ਉਹਦਾ ਇੱਕ ਅਟਲ ਹੁਕਮ ਹੈ, ਇਹ ਉਹਦਾ ਇੱਕ ਅਟਲ ਨਿਯਮ ਹੈ। ਹੁਕਮ, ਰਜ਼ਾ, ਭਾਣਾ, ਇਹਦਾ ਮਤਲਬ ਸਿਸਟਮ। ਕਿ ਅਟਲ ਨਿਆਂ ਹੈ, ਇਹ ਅਟਲ ਪ੍ਰਬੰਧ ਹੈ ਕਿ ਜੋ ਵੀ ਸੱਚ ਦੀ ਨਿੰਦਿਆ ਕਰੇਗਾ ਆਖਿਰ ਉਹ ਦੁਖੀ ਹੋਵੇਗਾ ਹੀ ਹੋਵੇਗਾ। ਤਾਂ ਇਹ ਨਿਆਂ ਦਾ ਬਚਨ ਉਸ ਪ੍ਰਭੂ ਨੇ ਆਪ ਆਖਿਆ ਹੈ ਕਿ ਜੋ ਪੂਰੇ ਗੁਰੂ ਦੀ ਨਿੰਦਿਆ ਕਰੇਗਾ ਉਹ ਔਖਾ ਹੋਏਗਾ, ਉਹਦੇ ਜੀਵਨ ਵਿੱਚ ਔਖਿਆਈ ਹੋਏਗੀ। ਮਹਿਲਾ ਚੌਥਾ। ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ, ਕਿਸ ਦਾ ਨਫਰ ਕਿੱਥੋਂ ਰੱਜ ਖਾਏ। ਰੱਜ ਨਹੀਂ ਪੜਨਾ, ਇਹਨੂੰ ਰੱਜ ਪੜਨਾ ਹੈ। ਔਰ ਕਿੱਥੋਂ, ਕਿਥੋਂ ਨਹੀਂ, ਕਿੱਥੋਂ ਬਿੰਦੀ ਲਗਾ ਕੇ ਕੱਕੇ ਦੇ ਉੱਤੇ ਅੱਧਕ ਲਗਾ ਕੇ। ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ, ਇੱਥੇ ਵਿਸਰਾਮ। ਤਿਸ ਦਾ ਨਫਰ, ਇੱਥੇ ਵਿਸਰਾਮ, ਕਿੱਥੋਂ ਰੱਜ ਖਾਏ। ਨੰਗਾ ਭੁੱਖਾ ਦਾ ਮਤਲਬ ਕੰਗਾਲ, ਨਫਰ ਦਾ ਮਤਲਬ ਹੈਗਾ ਨੌਕਰ। ਜਿਸ ਨੌਕਰ ਦਾ ਮਾਲਕ ਕੰਗਾਲ ਹੋਵੇ ਉਸ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਹੈ। ਯਾਨੀ ਜੇ ਮਾਲਕ ਭੁੱਖਾ ਨੰਗਾ ਹੈ ਤੇ ਜੇ ਕੋਈ ਉਹਦੀ ਨੌਕਰੀ ਕਰੇਗਾ ਤਾਂ ਉਹ ਰੱਜ ਕੇ ਕਿਵੇਂ ਖਾ ਸਕਦਾ ਹੈ? ਨਹੀਂ ਖਾ ਸਕਦਾ। ਕਿਉਂਕਿ ਕੋਈ ਵੀ ਬੰਦਾ ਦੂਜੇ ਨੂੰ ਉਹ ਚੀਜ਼ ਦੇ ਸਕਦਾ ਹੈ ਜੋ ਉਹਦੇ ਆਪਣੇ ਕੋਲ ਹੈ। ਜੇ ਆਪਣੇ ਕੋਲ ਹੀ ਨਹੀਂ ਤਾਂ ਕਿਵੇਂ ਦੇਵੇਗਾ? ਮੰਨ ਲਓ ਮੇਰੇ ਤੋਂ ਕੋਈ 500-700 ਪਾਉਂਡ ਮੰਗਦਾ ਹੈ, ਮੈਂ ਦੇਣਾ ਵੀ ਚਾਹਾਂ ਤਾਂ ਨਹੀਂ ਦੇ ਪਾਵਾਂਗਾ, ਮੇਰੇ ਕੋਲ ਹੈ ਨਹੀਂ। ਹੁਣ ਜਿਹੜੀ ਸ਼ੈ ਹੈ ਹੀ ਨਹੀਂ ਤਾਂ ਕਿੱਥੋਂ ਦਾ? ਹੁਣ ਇਸੇ ਤਰ੍ਹਾਂ ਜਿਸ ਦੇ ਕੋਲ ਸੱਚਾਈ ਹੈ, ਦਇਆ ਹੈ, ਪ੍ਰੇਮ ਹੈ, ਇਨਸਾਨੀਅਤ ਹੈ, ਮੁਹੱਬਤ ਹੈ, ਜਿਹਦੇ ਜੀਵਨ ਵਿੱਚ, ਜਿਹਦੀ ਸੋਚ ਅੰਦਰ, ਜਿਹਦੇ ਬਿਹੇਵੀਅਰ ਦੇ ਅੰਦਰ ਇਹ ਗੁਣ ਹੈ ਨੇ, ਉਹ ਗੁਣ ਤੇ ਦੂਜੇ ਨੂੰ ਦੇ ਦੇਵੇਗਾ, ਵਰਤਾਵ ਦੂਜੇ ਦੇ ਨਾਲ ਕਰੇਗਾ। ਪਰ ਜਿਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਇਹ ਗੁਣ ਹੀ ਨਹੀਂ, ਉਹ ਬੰਦਾ ਦੂਜੇ ਨਾਲ ਗੁਣਾਂ ਵਾਲਾ ਵਰਤਾਵ ਕਿਵੇਂ ਕਰੇਗਾ? ਕਿਉਂਕਿ ਕੋਲ ਹੈ ਹੀ ਨਹੀਂ ਹੈ। ਤਾਂ ਜਿਸ ਦਾ ਮਾਲਕ ਕੰਗਾਲ ਹੋਵੇ ਉਹਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਹੈ? ਇਹ ਗੱਲ ਸਮਝਣ ਵਾਲੀ ਹੈ। ਅਗਲੇ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਨੇ, ਜੇ ਸਾਹਿਬ ਕੈ ਘਰ ਵਤ ਹੋਵੇ ਸੋ ਨਫਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਅਣਹੋਦੀ ਨਹੀਂ ਪੜਨਾ, ਬਿੰਦੀ ਲਗਾ ਕੇ ਅਣਹੋਂਦੀ। ਕਿੱਥੋਂ, ਕਿੱਥੋਂ ਨਹੀਂ, ਕਿੱਥੋਂ ਪਾਏ। ਜੇ ਸਾਹਿਬ ਕੈ ਘਰ ਵਤ ਹੋਵੇ, ਇੱਥੇ ਵਿਸਰਾਮ। ਸੋ ਨਫਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਵਤ ਦਾ ਮਤਲਬ ਚੀਜ਼, ਹੱਥ ਆਵੇ ਦਾ ਮਤਲਬ ਹੱਥ ਵਿੱਚ ਆਉਂਦੀ ਹੈ, ਮਿਲਦੀ ਹੈ। ਨੌਕਰ ਨੂੰ ਉਹ ਵਸਤੂ ਮਿਲ ਸਕਦੀ ਹੈ ਜੋ ਮਾਲਕ ਦੇ ਘਰ ਵਿੱਚ ਹੋਵੇ। ਜੇ ਘਰ ਵਿੱਚ ਹੀ ਨਾ ਹੋਵੇ ਤਾਂ ਉਸ ਨੂੰ ਕਿੱਥੋਂ ਮਿਲੇ? ਮੰਨ ਲਓ ਨੌਕਰ ਨੇ ਰੋਟੀ ਖਾਣੀ ਹੈ ਤੇ ਮਾਲਕ ਨੂੰ ਨੌਕਰ ਕਹੇ ਕਿ ਮੈਨੂੰ ਥੋੜੀ ਸਬਜ਼ੀ ਦਿਓ, ਤੇ ਮਾਲਕ ਕਵੇ ਵੀ ਅਸੀਂ ਤੇ ਆਪ ਅਚਾਰ ਨਾਲ ਖਾਣ ਰਹੇ, ਸਬਜ਼ੀ ਤੇ ਹੈ ਹੀ ਨਹੀਂ। ਉਹ ਕਿੱਥੋਂ ਦੇ ਸਕਦਾ ਹੈ? ਕਿਉਂਕਿ ਸਬਜ਼ੀ ਨਹੀਂ ਹੈ, ਮਾਲਕ ਦੇ ਘਰ ਵਿੱਚ ਹੀ ਨਹੀਂ, ਤੇ ਨੌਕਰ ਨੂੰ ਕਿੱਥੋਂ ਦੇਵੇ? ਇਸੇ ਤਰ੍ਹਾਂ ਆ ਜੋ ਦੁਨੀਆ ਦੇ ਸਾਡੇ ਜਿੰਨੇ ਵੀ ਨੇ ਨਾ, ਬਾਬੇ ਨੇ, ਜੋਤਸ਼ੀ ਨੇ, ਮੜੀਆਂ ਨੇ, ਕਬਰਾਂ ਨੇ, ਵਰਤ ਨੇ, ਸਰਾਧ ਨੇ, ਜਾਂ ਉਹ ਕਰਮ ਕਾਂਡ ਜੋ ਅਸੀਂ ਕਰ ਰਹੇ ਹਾਂ, ਜੈਸੀ ਜ਼ਿੰਦਗੀ ਅਸੀਂ ਜੀ ਰਹੇ ਹਾਂ, ਜੇ ਐਸੀ ਜ਼ਿੰਦਗੀ ਦੇ ਅੰਦਰੋਂ ਅਸੀਂ ਚਾਹੀਏ ਸੁੱਖ, ਸ਼ਾਂਤੀ, ਖੇੜਾ, ਪ੍ਰਸੰਨਤਾ, ਆਨੰਦ, ਚੜ੍ਹਦੀ ਕਲਾ, ਇਨਸਾਨੀਅਤ, ਤਾਂ ਇਹਨਾਂ ਤੋਂ ਸਾਨੂੰ ਮਿਲ ਹੀ ਨਹੀਂ ਸਕਦੀ, ਕਿਉਂਕਿ ਆਪਣੇ ਕੋਲ ਹੀ ਹੈ ਨਹੀਂ। ਜੇ ਹੋਏਗੀ ਤੇ ਮਿਲੇਗੀ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਨੌਕਰ ਨੂੰ ਉਹ ਕੁਝ ਮਿਲ ਸਕਦਾ ਹੈ ਜੋ ਮਾਲਕ ਦੇ ਘਰ ਵਿੱਚ ਹੈ, ਜਿਹੜੀ ਚੀਜ਼ ਹੈ ਨਹੀਂ ਉਹ ਮਿਲ ਹੀ ਨਹੀਂ ਸਕਦੀ। ਤਾਂ ਹਰ ਸ਼ੈ ਕਿੱਥੇ ਹੈ? ਰੱਬ ਦੇ ਘਰ ਦੇ ਅੰਦਰ ਹਰ ਸ਼ੈ ਹੈ। ਤੁਸੀਂ ਰੱਬ ਦੀ ਇਸ ਦੁਨੀਆ ਨੂੰ ਦੇਖੋ, ਇੱਥੇ ਧਰਤੀ ਹੈ, ਚੰਦਰਮਾ ਹੈ, ਸੂਰਜ ਹੈ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼ ਗੰਗਾਵਾਂ ਨੇ। ਇਸ ਧਰਤੀ ਦੇ ਅੰਦਰ ਪੈਟਰੋਲੀਅਮ ਪਦਾਰਥ, ਛਾਰੀਏ ਪਦਾਰਥ, ਲਵਣੀਏ ਪਦਾਰਥ, ਤੈਲੀਏ ਪਦਾਰਥ ਨੇ। ਇੱਥੇ ਸੋਨੇ ਚਾਂਦੀ ਦੀਆਂ ਖਾਨਾਂ ਨੇ। ਹਜ਼ਾਰਾਂ ਕਿਸਮ ਦੀ ਵਨਸਪਤੀ ਹੈ, ਹਜ਼ਾਰਾਂ ਕਿਸਮ ਦਾ ਅੰਨ ਹੈ। ਇੱਥੇ ਨਦੀਆਂ ਨੇ, ਨਾਲੇ ਨੇ, ਝੀਲਾਂ ਨੇ, ਦਰਿਆ ਨੇ, ਇੱਥੇ ਸਮੁੰਦਰ ਨੇ, ਇੱਥੇ ਵਨਸਪਤੀ ਹੈ, ਮਨੁੱਖ ਮਾਤਰ ਨੇ। ਕਿੰਨਾ ਕੁਛ ਇਸ ਦੁਨੀਆ ਦੇ ਅੰਦਰ ਭਰਿਆ ਪਿਆ ਹੈ। ਫਿਰ ਮਨੁੱਖ ਦੇ ਆਪਣੇ ਕੋਲ
ਕਿਹੜਾ ਵੱਡਾ ਦਿਮਾਗ ਹੈ, ਇਹਦੇ ਕੋਲ ਅੱਖਾਂ ਨੇ, ਕੰਨ ਨੇ, ਹੱਥ ਪੈਰ ਨੇ, ਇਹਦੇ ਅੰਦਰ ਕਿੰਨੀਆਂ ਵੱਡੀਆਂ ਪੋਸੀਬਿਲਿਟੀਜ਼ ਨੇ, ਜੋ ਵੀ ਇਹ ਚਾਹੇ ਉਹ ਪਾ ਸਕਦਾ ਹੈ। ਇਹਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬੇ ਭਰੇ ਪਏ ਨੇ, ਪਰ ਇਹ ਲੈ ਨਹੀਂ ਰਿਹਾ, ਵਰਤ ਨਹੀਂ ਰਿਹਾ, ਯੂਜ਼ ਨਹੀਂ ਕਰ ਰਿਹਾ। ਤੇ ਜੋਤਸ਼ੀ ਕੋਲ ਜਾ ਕੇ ਬੈਠਾ ਹੈ, ਮੇਰੀ ਕਿਸਮਤ ਕਿਵੇਂ ਬਦਲੇਗੀ। ਬੰਦਾ ਪੁੱਛੇ ਤੇਰੀ ਬਦਲ ਸਕਦਾ ਹੁੰਦਾ, ਉਹ ਆਪ ਐਮਐਲਏ ਨਾ ਬਣਿਆ ਹੁੰਦਾ। ਜਿਹੜੇ ਐਮਐਲਏ ਐਮਪੀ ਜਾ ਰਹੇ ਨੇ ਵੀ ਜਿੱਤਾਂਗੇ ਕਿ ਨਹੀਂ, ਬੰਦਾ ਪੁੱਛੇ ਵੀ ਤੁਹਾਨੂੰ ਜਿਤਾਉਣ ਜੋਗਾ ਹੁੰਦਾ, ਆਪ ਨਾ ਰਾਸ਼ਟਰਪਤੀ ਬਣਿਆ ਹੁੰਦਾ, ਪ੍ਰਧਾਨ ਮੰਤਰੀ ਬਣਿਆ ਹੁੰਦਾ। ਜਿਸ ਬਾਬੇ ਕੋਲ ਤੁਸੀਂ ਜਾ ਰਹੇ ਹੋ, ਬਾਬਾ ਜੀ ਸਾਡੇ ਮੁੰਡੇ ਦਾ ਵਿਆਹ ਨਹੀਂ ਹੁੰਦਾ, ਜੇ ਤੁਹਾਡੇ ਮੁੰਡੇ ਦਾ ਕਰਾਉਣ ਜੋਗਾ ਹੁੰਦਾ, ਆਪਣਾ ਨਾ ਕਰਾਂਦਾ, ਬਾਬੇ ਦਾ ਆਪਣਾ ਨਹੀਂ ਹੋਇਆ, ਤਾਂ ਕਿਵੇਂ ਪਾਓਗੇ? ਅਣਹੋਂਦੀ ਕਿਵੇਂ ਪਾਓਗੇ? ਯਾਨੀ ਰੱਬੀ ਰਜ਼ਾ ਤੋਂ ਬਾਹਰ ਕੁਝ ਵੀ ਨਹੀਂ ਮਿਲ ਸਕਦਾ। ਰੱਬ ਦੀ ਰਜ਼ਾ ਦੇ ਅੰਦਰ, ਰਜ਼ਾ ਦਾ ਮਤਲਬ ਭਾਣਾ, ਸਿਸਟਮ ਦੇ ਅੰਦਰ ਹੀ ਸਭ ਕੁਝ ਮਿਲੇਗਾ। ਹੋਰ ਕਿਸੇ ਦੇ ਕੋਲੋਂ ਕੁਝ ਨਹੀਂ ਮਿਲ ਸਕਦਾ, ਕਿਉਂਕਿ ਉੱਥੇ ਹੈ ਹੀ ਨਹੀਂ ਹੈ। ਹੁਣ ਅਗਲਾ ਬਚਨ ਕਰਦੇ ਨੇ, ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ, ਸਾ ਸੇਵਾ ਔਖੀ ਹੋਈ। ਔਖੀ ਦਾ ਮਤਲਬ ਦੁਖਦਾਈ। ਜਿਹਦੀ ਸੇਵਾ ਕੀਤਿਆਂ ਫਿਰ ਲੇਖਾ ਮੰਗਿਆ ਜਾਣਾ ਹੋਵੇ, ਉਹ ਸੇਵਾ ਮੁਸ਼ਕਲ ਹੈ, ਦੁਖਦਾਈ ਹੈ। ਭਾਵ ਉਹਦੇ ਸੇਵਾ ਕਰਨ ਦਾ ਲਾਭ ਵੀ ਕੀ ਹੈ? ਜਿਹਦੀ ਘਾਲ ਕਮਾਉਣ ਦੁਆਰਾ ਮੁੜ ਹਿਸਾਬ ਕਿਤਾਬ ਪੁੱਛਿਆ ਜਾਣਾ ਹੈ, ਉਹ ਘਾਲ ਕਮਾਈ ਨਿਰਸੰਦੇਹ ਦੁਖਦਾਈ ਹੈ, ਜਿੱਥੇ ਲੇਖਾ ਜੋਖਾ ਹੈ। ਹੁਣ ਦੇਖੋ, ਸਾਡੀ ਸੇਵਾ ਕੀ ਹੈ? ਲੇਖੇ ਜੋਖੇ ਵਾਲੀ ਸੇਵਾ ਹੈ ਨਾ, ਉਹ ਸੇਵਾ ਦੁਖਦਾਈ ਹੈ, ਉਥੋਂ ਕੁਝ ਮਿਲ ਨਹੀਂ ਸਕਦਾ। ਮਿਸਾਲ ਵਜੋਂ ਅਸੀਂ ਅਰਦਾਸ ਕਰਦੇ ਹਾਂ, ਬਾਬਾ ਮੇਰੀ ਲੱਖ ਰੁਪਏ ਦੀ ਲਾਟਰੀ ਕੱਢ ਤੇ ਫਿਰ ਮੈਂ 1.25 ਰੁਪਏ ਦੇ ਪਤਾਸੇ ਚੜਾਉਂਗਾ। ਹੁਣ ਇਹ ਲੇਖੇ ਜੋਖੇ ਵਾਲਾ ਹੀ ਹੈ ਨਾ, ਵੀ ਲੱਖ ਦੀ ਲਾਟਰੀ ਪਹਿਲੋਂ ਬਾਬਾ ਕੱਢੇ, ਮਤੇ 1.25 ਦੇ ਪਤਾਸੇ ਖਾ ਕੇ ਮੁੱਕਰ ਗਿਆ, ਮੇਰੇ ਤੇ ਪਤਾਸੇ ਗਏ, ਤਾਂ ਲੇਖੇ ਜੋਖੇ ਵਾਲੀ ਸੇਵਾ ਹੈ ਨਾ। ਤੇ ਮੰਨ ਲਓ ਲਾਟਰੀ ਨਾ ਨਿਕਲੀ, ਪਤਾਸੇ ਪਹਿਲੋਂ ਚੜਾ ਦਿੱਤੇ, ਲਾਟਰੀ ਨਾ ਨਿਕਲੀ, ਤਾਂ ਦੁਖਦਾਈ ਹੈ ਨਾ ਸੇਵਾ। ਲੇਖੇ ਜੋਖੇ ਵਾਲੀ, ਜਿੱਥੇ ਲੇਖਾ ਜੋਖਾ ਹੈ, ਜਿੱਥੇ ਫਿਰ ਦੁੱਖ ਹੋਣੇ ਨੇ, ਉਸ ਸੇਵਾ ਦਾ ਕੋਈ ਲਾਭ ਨਹੀਂ ਹੈ। ਮੰਨ ਲਓ ਸੇਵਾ ਕੀਤਿਆਂ ਕੋਈ ਚੀਜ਼ ਮਿਲ ਗਈ ਤੇ ਉਸ ਚੀਜ਼ ਦੇ ਵਿੱਚੋਂ ਫਿਰ ਸੁੱਖ ਨਾ ਉਪਜਿਆ, ਤੇ ਦੁਖਦਾਈ ਹੋ ਗਈ ਨਾ ਸੇਵਾ। ਉਹ ਕੋਈ ਕਿਸੇ ਦੇ ਘਰ ਗਿਆ ਸੀ ਬੰਦਾ, ਤੇ ਉਹਨਾਂ ਨੇ ਚਾਹ ਪਾਣੀ ਪੁੱਛਿਆ, ਤੇ ਕਹਿਣ ਲੱਗੇ ਤੁਹਾਡਾ ਬਾਲ ਬੱਚਾ? ਕਹਿੰਦੇ ਜੀ ਸਾਡੇ ਕੋਲ ਬਾਲ ਬੱਚਾ ਤੇ ਹੈ ਨਹੀਂ। ਕਹਾਣੀ ਹੈ, ਇਹਨੂੰ ਸੱਚ ਨਾ ਸਮਝਣਾ, ਕਹਾਣੀ ਸੁਣਾ ਰਿਹਾ। ਤੇ ਉਹ ਕਹਿਣ ਲੱਗਾ ਵੀ ਉੱਥੇ ਇੱਕ ਬਾਬਾ ਹੈ, ਤੇ ਉਹ ਪੀਰ ਦੇ ਦੀਵੇ ਤੇ ਜੇ ਤੁਸੀਂ ਜਗਾਓ ਉੱਥੇ, ਤੇ ਸਾਡਾ ਗੁਆਂਢੀ ਸੀ, ਉਹਨਾਂ ਨੇ ਦੀਵਾ ਜਗਾਇਆ ਸੀ ਤੇ ਉਹਨਾਂ ਦੇ ਘਰ ਮੁੰਡਾ ਹੋਇਆ ਸੀ। ਕਹਾਣੀ ਸੁਣਾ ਰਿਹਾ, ਸੱਚ ਨਹੀਂ ਹੈ, ਕਹਾਣੀ ਸੁਣਾ ਰਿਹਾ ਸਿਰਫ। ਤੇ ਉਹ ਕਹਿੰਦੇ ਪੱਕੀ ਗੱਲ ਹੈ? ਕਹਿੰਦਾ ਹਾਂ ਪੱਕੀ। ਤੇ ਉਹ ਕਹਿੰਦੀ ਘਰ ਵਾਲੀ ਵੀ ਠੀਕ ਹੈ, ਮੈਂ ਆਪਣੇ ਘਰ ਵਾਲੇ ਨੂੰ ਭੇਜਾਂਗੀ ਕਿ ਉਹ ਜਾ ਕੇ ਉੱਥੇ ਦੀਵਾ ਜਗਾਵੇ। ਤੇ ਉਹ 10 ਸਾਲ ਬਾਅਦ ਉਹ ਬੰਦਾ ਫਿਰ ਉਹਨਾਂ ਦੇ ਘਰ ਗਿਆ, ਤੇ ਉੱਥੇ ਅਣਜਾਣੇ 15-16 ਖੇਡਣ ਪਏ। ਤੇ ਕਹਿੰਦਾ ਬੀਬੀ ਆ ਬੱਚੇ ਕਿਤੇ ਨੇ? ਕਹਿੰਦੀ ਇਹ ਬੱਚੇ ਸਾਡੇ। ਕਹਿੰਦੇ 10 ਸਾਲ ਪਹਿਲਾਂ ਤੁਸੀਂ ਆਏ ਸੀ, ਕਿਹਾ ਸੀ ਪੀਰ ਤੇ ਮਤਲਬ ਦੀਵਾ ਜਗਾਇਆ, ਜੇ ਮੇਰਾ ਪਤੀ ਦੀਵਾ ਜਗਾ ਕੇ ਆਇਆ ਸੀ, ਤੇ ਸਾਡੇ ਘਰ 2 ਤਰਾਏ ਵਿੱਚ ਤੇ ਜੋੜੇ ਜੋੜੇ ਹੋਏ ਨੇ, 10-12 ਬੱਚੇ ਸਾਡੇ ਨੇ। ਤੇ ਕਹਿੰਦਾ ਤੇਰਾ ਪਤੀ ਕਿੱਥੇ ਗਿਆ ਹੈ? ਕਹਿੰਦਾ ਉਹ ਦੀਵਾ ਬੁਝਾਉਣ ਗਿਆ ਹੈ, ਪਿਆ ਕਲੇਸ਼ ਮੁੱਕੇ ਥੋੜਾ ਬਹੁਤਾ, ਉਹਨੂੰ ਦੀਵਾ ਬੁਝਾਉਣ ਗਿਆ, ਜਿਹੜਾ ਜਗਾਉਣ ਗਿਆ ਸੀ। ਯਾਨੀ ਦੁਖਦਾਈ ਕਹਿਣ ਤੋਂ ਮਤਲਬ ਕਿ ਦੁਖਦਾਈ ਹੋ ਗਈ ਨਾ, ਸਿਰਫ ਇੱਕ ਕਹਾਣੀ ਹੈ। ਤਾਂ ਉਹ ਕੰਮ ਕਰਨ ਦਾ ਕੋਈ ਲਾਭ ਨਹੀਂ, ਜਿਹੜੇ ਕੰਮ ਕਰਨ ਦੇ ਨਾਲ ਸਿਰਫ ਪੱਲੇ ਦੁੱਖ ਪੈਣ। ਹੁਣ ਲੋਕ ਤੀਰਥਾਂ ਤੇ ਜਾ ਰਹੇ ਨੇ ਨਾ, ਤੇ ਤੀਰਥਾਂ ਤੇ ਨਹਾਉਣ ਤੇ ਖਰਚਾ ਵੀ ਕੀਤਾ, ਟਾਈਮ ਵੀ ਬਰਬਾਦ ਕੀਤਾ, ਲੇਕਿਨ ਕੀ ਤੀਰਥ ਨਹਾਉਣ ਦੇ ਨਾਲ ਘਰ ਦੇ ਅੰਦਰ ਸੁੱਖ ਸ਼ਾਂਤੀ ਆ ਜਾਏਗੀ? ਜਾਂ ਤੀਰਥਾਂ ਤੇ ਨਹਾਉਣ ਦੇ ਨਾਲ ਨੌਕਰੀਆਂ ਮਿਲ ਜਾਣਗੀਆਂ? ਜਾਂ ਤੀਰਥਾਂ ਤੇ ਨਹਾਉਣ ਦੇ ਨਾਲ ਸਾਡੇ ਦੇਸ਼ ਦੇ ਵਿੱਚੋਂ ਕਰਪਸ਼ਨ ਜਾਂ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਖਤਮ ਹੋ ਜਾਣਗੇ? ਬਿਲਕੁਲ ਵੀ ਨਹੀਂ ਹੋਣੇ। ਤੇ ਇਹਦੇ ਨਾਲੋਂ ਚੰਗਾ ਨਹੀਂ ਕਿ ਘਰ ਬਹਿ ਕੇ ਜੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀ ਜਾਏ ਤੇ ਘਰ ਵਿੱਚ ਸੁੱਖ ਸ਼ਾਂਤੀ ਆ ਜਾਏ। ਕਿਤੇ ਬਾਬਿਆਂ ਦੇ ਕੋਲ ਪੈਸੇ ਬਰਬਾਦ ਕਰਨ ਦੀ ਬਜਾਏ ਉਹ ਚੰਗਾ ਨਹੀਂ ਕਿ ਉਸ ਪੈਸੇ ਦਾ ਯੂਜ਼ ਸਹੀ ਕੀਤਾ ਜਾਏ ਔਰ ਆਪਣੇ ਵੇ ਆਫ ਲਾਈਫ ਨੂੰ ਠੀਕ ਕੀਤਾ ਜਾਏ, ਤੇ ਜਿਹੜੀ ਸਾਡੇ ਜੀਵਨ ਦੇ ਅੰਦਰ ਦੁੱਖ ਪੈਦਾ ਹੋ ਰਹੇ ਨੇ ਉਹ ਦੁੱਖ ਪੈਦਾ ਨਾ ਹੋਣ। ਜਿੰਨੇ ਵੀ ਆ ਤੁਹਾਡੇ ਵਰਤ ਨੇ, ਨਰਾਤੇ ਨੇ, ਸਰਾਧ ਨੇ, ਤੁਹਾਡੀਆਂ ਸਮਾਧੀਆਂ ਨੇ, ਜੰਗਲਾਂ ਵਿੱਚ ਜਾਣਾ ਹੈ, ਬਾਬਿਆਂ ਕੋਲ ਭਟਕਣਾ ਹੈ, ਇਹ ਸਭ ਦੁੱਖ ਦਾ ਕਾਰਨ ਨੇ। ਸੁੱਖ ਦਾ ਕਾਰਨ ਹੈਗਾ ਸੱਚ ਨੂੰ ਆਧਾਰ ਬਣਾ ਕੇ ਮਨੁੱਖ
ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ। ਜੇ ਅਸੀਂ ਰੱਬੀ ਰਜ਼ਾ ਦੇ ਅੰਦਰ ਚੱਲੀਏ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਸ਼ਾਂਤੀ ਆ ਸਕਦੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਨਾਨਕ, ਇੱਥੇ ਰੁਕਣਾ ਹੈ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਹਰ ਗੁਰ ਸਫਲ ਦਰਸ਼ਨ ਯਾਨੀ ਜਿਸ ਗੁਰੂ ਦਾ ਦਰਸ਼ਨ ਮਨੁੱਖਾ ਜੀਵਨ ਨੂੰ ਸਫਲ ਕਰਨ ਵਾਲਾ ਹੈ। ਹੁਣ ਗੁਰੂ ਦਾ ਦਰਸ਼ਨ ਹਿੰਦੀ ਦੇ ਵਿੱਚ ਕਹਿੰਦੇ ਨੇ ਫਿਲਾਸਫੀ ਨੂੰ, ਵਿਚਾਰਧਾਰਾ ਨੂੰ। ਜਿਵੇਂ ਨਾ 6 ਘਰ 6 ਗੁਰ 6 ਉਪਦੇਸ਼, ਦਰਸ਼ਨ ਸ਼ਾਸਤਰ ਹੁੰਦਾ ਹੈ, ਫਿਲਾਸਫੀ, ਦਰਸ਼ਨ, ਗੁਰੂ ਦੀ ਵਿਚਾਰਧਾਰਾ। ਜੋ ਗੁਰੂ ਦੀ ਵਿਚਾਰਧਾਰਾ ਹੈ ਇਹ ਸੁੱਖ ਦੇਣ ਵਾਲੀ ਹੈ, ਫਲ ਦੇਣ ਵਾਲੀ ਹੈ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਜੇ ਗੁਰੂ ਦੀ ਵਿਚਾਰਧਾਰਾ ਨੂੰ ਅਪਣਾ ਲਿਆ ਜਾਏ ਤਾਂ ਪੂਰੀ ਦੁਨੀਆ ਦੇ ਅੰਦਰ ਸ਼ਾਂਤੀ ਆ ਸਕਦੀ ਹੈ। ਇਹ ਮੈਂ ਵਿਚਾਰ ਪਹਿਲਾਂ ਕਈ ਵਾਰ ਕਰ ਚੁੱਕਾ ਕਿ ਪੂਰੇ ਦੇਸ਼ ਦੀਆਂ ਰਾਜਨੀਤਿਕ ਜੋ ਸਮੱਸਿਆ, ਸੀਮਾਵਾਂ ਦੇ ਝਗੜੇ ਖਤਮ ਹੋ ਸਕਦੇ ਨੇ। ਜਿਵੇਂ ਹਿੰਦੁਸਤਾਨ, ਪਾਕਿਸਤਾਨ, ਚਾਈਨਾ, ਰਸ਼ੀਆ, ਕੈਨੇਡਾ, ਅਮਰੀਕਾ, ਇਹਨਾਂ ਸਾਰੇ ਦੇਸ਼ਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਔਰ ਇਹਨਾਂ ਨੂੰ ਸਟੇਟਾਂ ਦਾ ਦਰਜਾ ਦਿੱਤਾ ਜਾ ਸਕਦਾ ਹੈ। ਪੂਰੀ ਦੁਨੀਆ ਦੀ ਇੱਕ ਰਾਜਧਾਨੀ ਹੋ ਸਕਦੀ ਹੈ, ਇੱਕ ਕਾਨੂੰਨ ਹੋ ਸਕਦਾ ਹੈ, ਇੱਕ ਕਰੰਸੀ ਹੋ ਸਕਦੀ ਹੈ, ਪਾਸਪੋਰਟ ਸਿਸਟਮ ਖਤਮ ਹੋ ਸਕਦਾ ਹੈ। ਐਵੇਂ ਕਰਨ ਦੇ ਨਾਲ ਜੋ 50-60% ਧਨ ਮਾਰੂ ਹਥਿਆਰਾਂ ਤੇ ਖਰਚ ਹੁੰਦਾ ਹੈ ਉਹ ਮਨੁੱਖਤਾ ਦੇ ਉਥਾਨ ਵਾਸਤੇ ਹੋ ਸਕਦਾ ਹੈ। ਜਿਵੇਂ ਸਾਡੇ ਸਮਾਜ ਦੇ ਅੰਦਰ ਜਾਤੀਵਾਦ ਹੈ, ਕੋਈ ਉੱਚਾ ਕੋਈ ਨੀਵਾਂ, ਗੁਰੂ ਦੀ ਵਿਚਾਰਧਾਰਾ ਨੂੰ ਅਪਣਾਉਣ ਨਾਲ ਜਾਤੀਵਾਦ ਖਤਮ ਕਰਕੇ ਇੱਕ ਭਾਈਚਾਰਕ ਸਮਾਜ ਪੈਦਾ ਹੋ ਸਕਦਾ ਹੈ। ਏਕ ਪਿਤਾ ਏਕਸ ਕੇ ਹਮ ਬਾਰਿਕ। ਜੋ ਧਰਮਾਂ ਦੇ ਝਗੜੇ ਨੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਇੱਕ ਦੂਜੇ ਨਾਲ ਝਗੜਦੇ ਜਾਂ ਇੱਕ ਧਰਮ ਦੇ ਬੰਦੇ ਆਪਣਿਆਂ ਨਾਲ ਝਗੜਦੇ, ਇਹ ਖਤਮ ਹੋ ਸਕਦੇ ਨੇ ਕਿਉਂਕਿ ਏਕੋ ਧਰਮ ਦ੍ਰਿੜੈ ਸੱਚ ਹੋਈ, ਗੁਰਮਤਿ ਜੁਗ ਜੁਗ ਪੂਰਾ ਹੋਈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਾ ਕਰਨਾ ਹੀ ਇੱਕ ਧਰਮ ਹੈ। ਜੇ ਇਹਨੂੰ ਸਾਰੇ ਅਪਣਾ ਲੈਣ ਤਾਂ ਧਾਰਮਿਕ ਝਗੜੇ ਖਤਮ ਹੋ ਜਾਣਗੇ। ਜੋ ਆਰਥਿਕ ਪ੍ਰੋਬਲਮਸ ਨੇ, ਹੁਣ ਖਾਸ ਕਰਕੇ ਜੇ ਅਸੀਂ ਇੰਡੀਆ ਵੱਲ ਇੱਕ ਝਾਤ ਮਾਰੀਏ ਤਾਂ ਇੱਕ ਪਾਸੇ 26 ਮੰਜ਼ਲੀਆਂ ਇਮਾਰਤਾਂ ਨੇ ਤੇ ਦੂਜੇ ਪਾਸੇ ਫੁੱਟਪਾਥਾਂ ਦੇ ਉੱਤੇ ਰੁਲ ਰਹੇ ਗਰੀਬ ਨੇ ਜਿਨ੍ਹਾਂ ਕੋਲ ਰਹਿਣ ਲਈ ਮਕਾਨ, ਪਾਣ ਲਈ ਬਸਤਰ, ਖਾਣ ਲਈ ਭੋਜਨ ਨਹੀਂ ਹਨ, ਜਿਨ੍ਹਾਂ ਨੂੰ ਆਪਣੀਆਂ ਲਾਸ਼ਾਂ ਵੀ ਸਾਈਕਲਾਂ ਤੇ ਲੱਦ ਕੇ ਲਿਜਾਣੀਆਂ ਪੈ ਰਹੀਆਂ ਨੇ। ਇਹ ਕੰਡੀਸ਼ਨ ਹੈ ਤਾਂ ਇਹ ਖਤਮ ਹੋ ਸਕਦੀ ਹੈ ਜੇ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਨੂੰ ਅਪਣਾ ਲਿਆ ਜਾਏ। ਦਸਵੰਧ ਦੀ ਮੈਂ ਵਿਆਖਿਆ ਪਿੱਛੇ ਕੀਤੀ ਸੀ। ਨਵੇਂ ਰੋਜ਼ਗਾਰ ਪੈਦਾ ਕੀਤੇ ਜਾ ਸਕਦੇ ਨੇ, ਕਰਪਸ਼ਨ ਖਤਮ ਹੋ ਜਾਵੇ ਤਾਂ ਇਹ ਸਾਰਾ ਕੁਝ ਹੋ ਸਕਦਾ ਹੈ ਠੀਕ। ਇਸ ਲਈ ਗੁਰੂ ਜੀ ਕਹਿੰਦੇ ਨੇ, ਜਿਸ ਗੁਰੂ ਦੀ ਵਿਚਾਰਧਾਰਾ ਸੁੱਖ ਦੇਣ ਵਾਲੀ ਹੈ, ਫਲ ਦੇਣ ਵਾਲੀ ਹੈ, ਉਹਦੀ ਸੇਵਾ ਕਰੋ, ਉਹਦੇ ਹੁਕਮ ਦੇ ਵਿੱਚ ਤੁਰੋ, ਉਸ ਵੇ ਆਫ ਲਾਈਫ ਨੂੰ ਅਪਣਾਓ। ਫਿਰ ਲੇਖਾ ਮੰਗੇ ਨਾ ਕੋਈ, ਫਿਰ ਤੁਹਾਡੇ ਤੋਂ ਕੋਈ ਲੇਖਾ ਨਹੀਂ ਮੰਗੇਗਾ। ਫਿਰ ਤੁਹਾਨੂੰ ਕੋਈ ਮਰਨ ਤੋਂ ਬਾਅਦ ਨਰਕ, ਸਵਰਗ ਔਰ ਧਰਮਰਾਜ ਦੀ ਕੋਈ ਚਿੰਤਾ ਨਹੀਂ ਰਹੇਗੀ। ਫਿਰ ਤੁਹਾਡਾ ਮੂੰਹ ਉਜਲਾ ਹੋਏਗਾ। ਲੇਖਾ ਤੇ ਤਾਂ ਕੋਈ ਮੰਗੇਗਾ ਜੇ ਕੋਈ ਮਾੜਾ ਕੰਮ ਕਰੇਗਾ। ਹੁਣ ਜਿਸ ਬੰਦੇ ਨੇ ਕੋਈ ਮਾੜਾ ਕੰਮ ਹੀ ਨਹੀਂ ਕਰਨਾ, ਕਿਸੇ ਦੀ ਚੁਗਲੀ ਨਹੀਂ, ਨਿੰਦਾ ਨਹੀਂ, ਫਰੇਬ ਨਹੀਂ, ਚੋਰੀ ਨਹੀਂ, ਯਾਰੀ ਨਹੀਂ, ਬੇਈਮਾਨੀ ਨਹੀਂ, ਠੱਗੀ ਨਹੀਂ, ਤਾਂ ਉਹਦੇ ਕੋਲੋਂ ਲੇਖਾ ਕੀ ਮੰਗੋਗੇ? ਉਹਦਾ ਲੇਖਾ ਤੇ ਵੈਸੇ ਹੀ ਨਿਬੜ ਗਿਆ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਭਾਈ ਗੁਰੂ ਦੇ ਦੱਸੇ ਰਾਹਾਂ ਤੇ ਤੁਰੋ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਓ ਔਰ ਜਿਸ ਕਰਕੇ ਫਿਰ ਤੁਹਾਡੀ ਜ਼ਿੰਦਗੀ ਦੇ ਅੰਦਰ ਕਰਮਾਂ ਦੇ ਲੇਖੇ ਜੋਖੇ ਖਤਮ ਹੋ ਜਾਣ, ਤੁਹਾਡੀਆਂ ਚਿੰਤਾਵਾਂ, ਚੋਰੇ, ਕਾੜੇ, ਅੰਦੇਸ਼ੇ ਖਤਮ ਹੋ ਜਾਣ। ਪੌੜੀ। ਨਾਨਕ ਵਿਚਾਰਹਿ ਸੰਤ ਜਨ, ਚਾਰ ਵੇਦ ਕਹੰਦੇ। ਇਹ ਵਿਚਾਰਹਿ ਸ਼ਬਦ ਨੂੰ ਬਿੰਦੀ ਲਾ ਕੇ ਉਚਾਰਾਂਗੇ ਕਿਉਂਕਿ ਜਦੋਂ ਵੀ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਦੇ ਨਾਲ ਸਿਹਾਰੀ ਲੱਗੀ ਹੁੰਦੀ ਹੈ ਤਾਂ ਉਹ ਬਹੁਵਚਨੀ ਸ਼ਬਦ ਹੁੰਦਾ ਹੈ, ਉਸ ਦਾ ਉਚਾਰਨ ਬਿੰਦੀ ਨਾਲ ਹੋਏਗਾ। ਨਾਨਕ, ਇੱਥੇ ਥੋੜਾ ਜਿਹਾ ਰੁਕਾਂਗੇ। ਨਾਨਕ ਵਿਚਾਰਹਿ ਸੰਤ ਜਨ, ਚਾਰ ਵੇਦ ਕਹੰਦੇ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਰੱਬ ਦੇ ਪਿਆਰੇ ਨੇ ਉਹ ਵੀ ਇਹੀ ਗੱਲ ਕਹਿੰਦੇ ਨੇ ਤੇ ਚਾਰੇ ਜੋ ਵੇਦ ਨੇ, ਧਰਮ ਪੁਸਤਕਾਂ ਨੇ ਪੁਰਾਤਨ, ਉਹ ਵੀ ਇਹ ਗੱਲ ਕਹਿੰਦੇ ਨੇ। ਕੀ ਕਹਿੰਦੇ ਨੇ? ਭਗਤ ਮੁਖੈ ਤੇ ਬੋਲਦੇ, ਸੇ ਵਚਨ ਹੋਵੰਦੇ। ਭਗਤ ਜਿਹੜੇ ਮੂੰਹ ਚੋਂ ਬੋਲਦੇ ਨੇ ਨਾ, ਉਹ ਵਚਨ ਬੋਲਦੇ ਨੇ। ਹੋਵੰਦੇ ਦਾ ਮਤਲਬ ਜਿਹੜੇ ਹੁੰਦੇ ਨੇ। ਇਹਨੂੰ ਗਲਤ ਢੰਗ ਦੇ ਨਾਲ ਐਕਸਪਲੇਨ ਕੀਤਾ ਜਾਂਦਾ ਹੈ ਕਈ ਵਾਰੀ ਕਿ ਜਿਹੜੇ ਰੱਬ ਦੇ ਭਗਤ ਨੇ ਉਹ ਜੋ ਕਹਿੰਦੇ ਨੇ ਹੋ ਜਾਂਦਾ ਹੈ। ਦੇਖੋ, ਇਹ ਗੱਲ ਬਹੁਤ ਗਲਤ ਢੰਗ ਨਾਲ ਪੇਸ਼ ਕੀਤੀ ਗਈ ਹੈ। ਜੇ ਜੋ ਕਹਿੰਦੇ ਨੇ ਉਹ ਹੋ ਜਾਂਦਾ ਹੈ, ਜੇ ਤਾਂ ਇਹਦਾ ਮੀਨਿੰਗ ਇਹ ਹੋਵੇ
ਤਾਂ ਦੇਖੋ ਅੱਜ ਰੱਬ ਦੇ ਕਿੰਨੇ ਭਗਤ ਨੇ ਜੋ ਅਖਵਾਰੇ ਨੇ, ਅਸੀਂ ਜੋ ਕਲਾਸ ਵਿੱਚ ਆ ਵੀਰ ਪੈਣਾ, ਅਸੀਂ ਤਾਂ ਸਾਰਾ ਗ੍ਰਸਤੀ ਆ। ਸਾਨੂੰ ਤੇ ਸਮਝ ਲਓ ਜੋ ਮਰਜ਼ੀ ਕਹਿ ਲਓ ਕਿ ਅਸੀਂ ਮਾਇਆ ਵਿੱਚ ਫਸੇ ਆ ਜਾਂ ਅਸੀਂ ਝੂਠੇ ਆ, ਕੁਛ ਵੀ ਸ਼ਬਦ ਵਰਤ ਲਓ, ਕੋਈ ਪ੍ਰੋਬਲਮ ਨਹੀਂ। ਪਰ ਜਿਹੜੇ ਸਾਡੇ ਤਿਆਗੀ ਬਾਬੇ ਨੇ, ਕਰੀਬ 72-73 ਲੱਖ ਨੇ, 72 ਲੱਖ 65 70 ਹਜ਼ਾਰ ਗਿਣਤੀ ਹੈ ਬਾਬਿਆਂ ਦੀ ਇੰਡੀਆ ਦੇ ਵਿੱਚ। 71 ਲੱਖ ਦੇ ਕਰੀਬ ਹਿੰਦੂ ਵੀਰਾਂ ਦੇ ਨੇ, 1 ਲੱਖ 65 70 ਹਜ਼ਾਰ ਸਿੱਖਾਂ ਦੇ ਨੇ, ਯਾਨੀ ਟੋਟਲ ਇਹ 20 ਸਾਲ ਪਹਿਲੋਂ ਦੀ ਗਿਣਤੀ ਹੈ। ਥੋੜੀ ਬਹੁਤੀ ਵੱਧ ਘੱਟ ਹੋ ਸਕਦੀ ਹੈ। ਜੇ ਭਗਤਾਂ ਦਾ ਕਿਹਾ ਹੋਇਆ ਸੱਚ ਹੋ ਜਾਂਦਾ ਤਾਂ ਇੱਕ ਵਾਰੀ ਸਾਰੇ ਮਿਲ ਕੇ ਕਹਿ ਦੇਣ ਕਿ ਕਰੋਨਾ ਖਤਮ ਹੋ ਜਾ, ਤੇ ਕਰੋਨਾ ਤੇ ਖਤਮ ਹੋ ਜਾ, ਘੱਟ ਤੋਂ ਘੱਟ ਲੋਕਾਂ ਦੀ ਜਾਨ ਬਚੇ, ਲੋਕ ਉਹਨਾਂ ਦੇ ਡੇਰਿਆਂ ਤੇ ਜਾਣਗੇ, ਫਿਰ ਰੌਣਕਾਂ ਲੱਗਣੀਆਂ, ਪੈਸੇ ਸੇਬਾਂ ਦੀਆਂ ਪੇਟੀਆਂ ਟਰੱਕ ਫਿਰ ਜਾਣੇ ਸ਼ੁਰੂ ਹੋ ਜਾਣਗੇ। ਪਰ ਐਵੇਂ ਹੁੰਦਾ ਨਹੀਂ ਨਾ। ਇਸ ਲਈ ਇਹਦਾ ਮੀਨਿੰਗ ਹੈ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ। ਹੋਵੰਦੇ ਦਾ ਮਤਲਬ ਜੋ ਹੁੰਦੇ ਨੇ, ਜੋ ਯੂਨੀਵਰਸਲ ਟਰੁੱਥ ਹੈ, ਰੱਬ ਦੇ ਪਿਆਰੇ ਬਚਨ ਹੀ ਉਹ ਬੋਲਦੇ ਨੇ, ਦੂਜਾ ਬੋਲਦੇ ਹੀ ਨਹੀਂ। ਸਿਸਟਮ ਤੋਂ ਉਲਟ ਰੱਬ ਦੇ ਪਿਆਰੇ ਬਚਨ ਕਹਿੰਦੇ ਹੀ ਨਹੀਂ। ਗੁਰੂ ਸਾਹਿਬ ਕਹਿ ਰਹੇ ਨੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਜਿਹੜਾ ਬੰਦਾ ਇਸ ਚੀਜ਼ ਨੂੰ ਸਮਝ ਲੈਂਦਾ ਹੈ ਕਿ ਹੁਕਮ ਤੋਂ ਬਾਹਰ ਕੁਛ ਨਹੀਂ ਹੈ, ਹੁਕਮ ਰਜ਼ਾ ਭਾਣਾ ਲੇਖ ਦਾ ਮਤਲਬ ਸਿਸਟਮ, ਲਾ ਆਫ ਨੇਚਰ, ਇਹਦੇ ਤੋਂ ਬਾਹਰ ਕੁਛ ਨਹੀਂ ਹੈ, ਕੁਛ ਕੀਤਾ ਨਹੀਂ ਜਾ ਸਕਦਾ। ਰੱਬ ਦੇ ਪਿਆਰੇ ਉਹ ਗੱਲ ਕਹਿੰਦੇ ਹੀ ਨਹੀਂ ਜੋ ਕਾਨੂੰਨ ਤੋਂ, ਜੋ ਕੁਦਰਤ ਦੇ ਨਿਯਮਾਂ ਤੋਂ ਬਾਹਰ ਹੈ। ਉਹ ਜਿਹਾ ਕੋਈ ਬਚਨ ਨਹੀਂ ਬੋਲਦੇ, ਉਹ ਸੱਤ ਬੋਲਦੇ ਨੇ, ਉਹ ਯੂਨੀਵਰਸਲ ਟਰੁੱਥ ਦੀ ਗੱਲ ਕਰਦੇ ਨੇ। ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨਦੇ, ਇਹਨੂੰ ਪ੍ਰਗਟ ਨਹੀਂ ਬੋਲਣਾ, ਪ੍ਰਗਟ ਬੋਲਣਾ ਹੈ, ਕਿਉਂਕਿ ਪੱਪੇ ਦੇ ਪੈਰ ਥੱਲੇ ਅੱਧਾ ਰਾਰਾ ਹੈ। ਪ੍ਰਗਟ ਦਾ ਮਤਲਬ ਪ੍ਰਤੱਖ ਤੌਰ ਤੇ, ਪਹਾਰਾ ਜਾਪਦਾ, ਪਹਾਰਾ ਦਾ ਮਤਲਬ ਸੰਸਾਰ ਵਿੱਚ, ਜਾਪਦਾ ਦਾ ਮਤਲਬ ਦਿਸ ਪੈਂਦਾ ਹੈ। ਜਾਪਦਾ ਦਾ ਮਤਲਬ ਹੁੰਦਾ ਹੈ ਦਿਸਣਾ, ਜਾਣਨਾ, ਵੀ ਤੈਨੂੰ ਨਹੀਂ ਜਾਪਦਾ, ਤੈਨੂੰ ਨਹੀਂ ਦਿਸਦਾ। ਤਾਂ ਸਾਰੇ ਸੰਸਾਰ ਵਿੱਚ ਇਹ ਪ੍ਰਤੱਖ ਦਿਸ ਪੈਂਦਾ ਹੈ। ਸਭ ਲੋਕ ਸੁਣਨਦੇ, ਔਰ ਸਾਰੇ ਲੋਕ ਇਹ ਸੁਣਦੇ ਨੇ। ਸਾਰੇ ਜਗਤ ਵਿੱਚ ਇਹ ਗੱਲ ਪ੍ਰਗਟ ਹੋ ਜਾਂਦੀ ਹੈ। ਸਾਰੇ ਲੋਕ ਇਹ ਸੁਣਦੇ ਨੇ ਕਿ ਰੱਬ ਦੇ ਜੋ ਪਿਆਰੇ ਨੇ ਉਹ ਸੱਚ ਬੋਲਦੇ ਨੇ। ਤੇ ਕੀ ਸੁਣਦੇ ਨੇ? ਰੱਬ ਦੇ ਪਿਆਰੇ ਕੀ ਬੋਲਦੇ ਨੇ? ਸੁਖ ਨਾ ਪਾਇਨ ਮੁਗਧ ਨਰ, ਸੰਤ ਨਾਲ ਖੰਦੇ। ਮੁਗਧ ਦਾ ਮਤਲਬ ਮੂਰਖ, ਖੰਦੇ ਦਾ ਮਤਲਬ ਜੋ ਝਗੜਾ ਪਾਉਂਦੇ ਨੇ, ਖਹਿੰਦੇ ਨੇ। ਸੰਤ ਦਾ ਮਤਲਬ ਗੁਰੂ। ਇੱਥੇ ਸੰਤ ਦਾ ਮਤਲਬ ਕੋਈ ਡੇਰੇ ਵਾਲਾ ਬਾਬਾ ਨਹੀਂ, ਕੋਈ ਚੋਲੇ ਵਾਲਾ ਸਾਧ ਨਹੀਂ, ਕਿਉਂਕਿ ਆਮ ਬੰਦਾ ਕੱਪੜੇ ਤਾਂ ਪਾ ਲਵੇਗਾ ਨਾ, ਤੇ ਕੱਪੜੇ ਪਾਉਣ ਨਾਲ ਕੋਈ ਧਾਰਮਿਕ ਨਹੀਂ ਹੋ ਜਾਂਦਾ। ਹੁਣ ਧਾਰਮਿਕ ਕੱਪੜੇ ਤਾਂ ਮੈਂ ਵੀ ਪਾਏ ਨੇ, ਤਾਂ ਇਕੱਲੇ ਧਾਰਮਿਕ ਕੱਪੜੇ ਪਾਉਣ ਨਾਲ ਮੈਂ ਧਾਰਮਿਕ ਨਹੀਂ, ਮੇਰੇ ਅਸੂਲ ਚਾਹੀਦੇ ਨੇ ਨਾ। ਹੁਣ ਜਿਹੜੇ ਸੰਤਾਂ ਵਾਲਾ ਕੱਪੜਾ ਹੈ, ਜੇ ਕੋਈ ਉਹ ਪਾ ਲਵੇ ਤਾਂ ਕੱਪੜੇ ਪਾਉਣ ਨਾਲ ਕੋਈ ਸੰਤ ਨਹੀਂ ਬਣ ਜਾਂਦਾ। ਉਸ ਕੱਪੜਿਆਂ ਦੇ ਅੰਦਰ ਸ਼ਖਸੀਅਤ ਕਿਹੜੀ ਹੈ, ਇਹ ਵੇਖਣਾ ਪਵੇਗਾ। ਹੁਣ ਦੇਖੋ, ਰਾਵਣ ਆਉਂਦਾ ਹੈ, ਕੱਪੜੇ ਤਾਂ ਉਹਨੇ ਸੰਤ ਵਾਲੇ ਪਾਏ ਨੇ, ਸਾਧ ਵਾਲੇ ਪਾਏ ਨੇ, ਸਾਧੂਆਂ ਵਾਲੇ ਕੱਪੜੇ ਨੇ। ਔਰ ਸੀਤਾ ਜੀ ਕੱਪੜਿਆਂ ਨੂੰ ਵੇਖਦੇ ਨੇ ਔਰ ਵਿਸ਼ਵਾਸ ਕਰ ਲੈਂਦੇ ਨੇ, ਤਾਂ ਸੀਤਾ ਦਾ ਹਰਨ ਹੋ ਜਾਂਦਾ ਹੈ। ਸੀਤਾ ਦਾ ਹਰਨ ਕਿਉਂ ਹੁੰਦਾ ਹੈ? ਕਿਉਂਕਿ ਉਹ ਕੱਪੜਿਆਂ ਤੇ ਵਿਸ਼ਵਾਸ ਕਰ ਰਹੀ ਹੈ। ਉਹਨੇ ਉਸ ਸ਼ਖਸੀਅਤ ਨੂੰ ਨਹੀਂ ਵੇਖਿਆ ਕਿ ਅੰਦਰ ਸ਼ਖਸੀਅਤ ਕੌਣ ਹੈ। ਅੱਜ ਵੀ ਸੀਤਾ ਹਰਨ ਹੋ ਰਹੀਆਂ ਨੇ, ਇੱਕ ਨਹੀਂ ਅਨੇਕਾਂ ਹੋ ਰਹੀਆਂ ਨੇ। ਕਿੰਨੇ ਲੋਕਾਂ ਦਾ ਇਮੋਸ਼ਨਲ ਬਲੈਕਮੇਲ ਕੀਤਾ ਜਾ ਰਿਹਾ ਹੈ ਧਾਰਮਿਕ ਬਾਣੇ ਪਾ ਕੇ। ਕਿੰਨੇ ਲੋਕਾਂ ਦਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਔਰ ਅਸਲ ਸੱਚਾਈ ਤੋਂ ਲੋਕਾਂ ਨੂੰ ਦੂਰ ਕੀਤਾ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਇਹ ਗੱਲ ਚਾਰ ਵੇਦ ਯਾਨੀ ਧਰਮ ਪੁਸਤਕਾਂ ਵੀ ਕਹਿੰਦੀਆਂ ਨੇ, ਔਰ ਇਹ ਗੱਲ ਰੱਬ ਦੇ ਪਿਆਰੇ ਵੀ ਕਹਿੰਦੇ ਨੇ। ਸੁਖ ਨਾ ਪਾਇਨ ਮੁਗਧ ਨਰ, ਜਿਹੜੇ ਮੂਰਖ ਬੰਦੇ ਗੁਰੂ ਦੇ ਸਿਧਾਂਤ ਦੇ ਉਲਟ ਜਾਂਦੇ ਨੇ, ਉਹ ਕਦੇ ਵੀ ਸੁਖ ਨਹੀਂ ਪਾਉਂਦੇ, ਉਹਨਾਂ ਨੂੰ ਸੁਖ ਨਹੀਂ ਮਿਲਦਾ। ਹੁਣ ਇਸ ਗੱਲ ਨੂੰ ਅਸੀਂ ਥੋੜਾ ਜਿਹਾ ਸਮਝਣ ਦਾ ਯਤਨ ਕਰੀਏ, ਜਿਸ ਕਰਕੇ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਕੇ ਅਸੀਂ ਖੁਸ਼ੀ ਔਰ ਸੁਖ ਹਾਸਲ ਕਰ ਸਕੀਏ। ਦੇਖੋ, 2 ਮਿੰਟ ਵਾਸਤੇ ਜੇ ਨਿੱਕੀ ਜੀ ਮੈਂ ਗੱਲ ਕਰਾਂ ਪਤੀ ਪਤਨੀ ਬਾਰੇ। ਗੁਰੂ ਜੀ ਕਹਿੰਦੇ ਨੇ, ਧਨ ਫਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ। ਕਿ ਪਤੀ ਔਰ ਪਤਨੀ ਉਸ ਨੂੰ ਨਹੀਂ ਕਿਹਾ ਜਾਂਦਾ ਜਿਹੜੇ ਇੱਕ ਸਟੇਜ ਤੇ ਇਕੱਠੇ ਹੋ ਕੇ ਬਹਿ ਜਾਣ। ਪਤੀ ਔਰ ਪਤਨੀ ਉਸ ਨੂੰ ਕਿਹਾ ਜਾਂਦਾ ਹੈ
ਜੋ ਵੇਖਣ ਨੂੰ ਦੋ ਹੋਣ ਪਰ ਉਹਨਾਂ ਦੀ ਸੋਚ ਇੱਕ ਹੋਵੇ। ਏਕ ਜੋਤ, ਜੋਤ ਦਾ ਮਤਲਬ ਸੋਚ, ਜਿੰਦ ਜਾਨ ਨਾਲ ਇੱਕ ਦੂਜੇ ਨਾਲ ਪਿਆਰ ਕਰਦੇ ਹੋਣ, ਇੱਕ ਦੂਜੇ ਅੱਗੇ ਸਮਰਪਿਤ ਹੋਣ, ਸੋਚ ਇੱਕ ਹੋਵੇ, ਵੇਖਣ ਨੂੰ ਦੋ ਹੋਣ। ਹੁਣ ਦੇਖੋ, ਜੇ ਬੰਦਾ ਗੁਰੂ ਦੇ ਇਸ ਗੱਲ ਨੂੰ ਮੰਨ ਲਵੇ, ਪਤੀ ਪਤਨੀ ਮੰਨ ਲੈਣ, ਸੋਚ ਇੱਕ ਬਣਾ ਲੈਣ, ਇੱਕ ਦੂਜੇ ਨਾਲ ਜਿੰਦ ਜਾਨ ਦੇ ਨਾਲ ਪਿਆਰ ਕਰਨ, ਤਾਂ ਜ਼ਿੰਦਗੀ ਵਿੱਚ ਸੁੱਖ ਹੋਏਗਾ। ਬਿਲਕੁਲ ਉਸ ਪਤੀ ਪਤਨੀ ਦੀ ਜ਼ਿੰਦਗੀ ਵਿੱਚ ਕਦੇ ਦੁੱਖ ਨਹੀਂ ਆ ਸਕਦਾ। ਤੇ ਜਿਹੜੇ ਪਤੀ ਪਤਨੀ ਇਸ ਗੱਲ ਦੇ ਨਾਲ ਖਹਿਣ, ਮਤਲਬ ਕਿ ਇਸ ਗੱਲ ਦੇ ਵਿਰੋਧ ਵਿੱਚ ਬੋਲਣ ਜਾਂ ਚੱਲਣ, ਤਾਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਆ ਸਕਦੀ ਹੈ। ਇੱਕ ਦੂਜੇ ਨਾਲ ਧੋਖਾ ਕਰਨ, ਝੂਠ ਬੋਲਣ, ਇੱਕ ਦੂਜੇ ਦੇ ਨਾਲ ਮਾੜੇ ਬਚਨ ਬੋਲਣ, ਤਾਂ ਉਹ ਕਦੇ ਵੀ ਸੁੱਖ ਨਾ ਆ ਸਕਦੇ। ਇਸੇ ਤਰ੍ਹਾਂ ਮਾਂ-ਬਾਪ, ਇਸੇ ਤਰ੍ਹਾਂ ਭੈਣ ਭਰਾ, ਇਸੇ ਤਰ੍ਹਾਂ ਸਾਡੇ ਬਾਕੀ ਰਿਸ਼ਤੇਦਾਰ, ਇਸੇ ਤਰ੍ਹਾਂ ਸਾਡੇ ਯਾਰ ਦੋਸਤ, ਇਸੇ ਤਰ੍ਹਾਂ ਪੂਰੀ ਸੁਸਾਇਟੀ ਜੇ ਸੱਚ ਦੇ ਨਾਲ ਜ਼ਿੰਦਗੀ ਜੀਵੇਗੀ ਤਾਂ ਸੁਖੀ ਔਰ ਸ਼ਾਂਤ ਹੋ ਸਕਦੇ ਨੇ। ਪਰ ਜਿਹੜੇ ਗੁਰੂ ਦੇ ਬਚਨਾਂ ਦੇ, ਇਹਨਾਂ ਬਚਨਾਂ ਦੇ ਵਿਰੋਧ ਵਿੱਚ ਬੋਲਦੇ ਨੇ, ਇਹਨਾਂ ਬਚਨਾਂ ਨਾਲ ਖਹਿਬੜਦੇ ਨੇ, ਉਹ ਕਦੇ ਵੀ ਸੁਖੀ ਨਹੀਂ ਹੁੰਦੇ। ਤੇ ਇਹ ਚੀਜ਼ ਨੂੰ ਪੂਰੇ ਸਮਾਜ ਵਿੱਚ ਵੀ, ਆਪਣੇ ਪਰਿਵਾਰਾਂ ਵਿੱਚ ਵੀ ਔਰ ਆਪਣੀ ਪਰਸਨਲ ਲਾਈਫ ਦੇ ਅੰਦਰ ਵੀ ਅਸੀਂ ਦੇਖ ਸਕਦੇ ਹਾਂ। ਕੋਈ ਲੋਚਨ ਉਹਨਾਂ ਗੁਣਾਂ ਨੂੰ, ਕੋਈ ਅਹੰਕਾਰ ਸੜਨ ਦੇ। ਹੁਣ ਇੱਥੇ ਅਰਥਾਂ ਦੇ ਵਿੱਚ ਥੋੜਾ ਜਿਹਾ ਮਤਭੇਦ ਹੈ ਵਿਦਵਾਨਾਂ ਦਾ। ਇੱਕ ਨੇ ਤੇ ਅਰਥ, ਭਾਈ ਸਾਹਿਬ ਸਿੰਘ ਜੀ ਅਰਥ ਇਸ ਤਰ੍ਹਾਂ ਕਰ ਰਹੇ ਨੇ ਕਿ ਉਹ ਸੜਦੇ ਤੇ ਹੰਕਾਰ ਵਿੱਚ ਨੇ, ਪਰ ਜੋ ਗੁਰੂ ਦੇ ਗੁਣ ਨੇ ਉਹਨਾਂ ਨੂੰ ਲੋਚਦੇ ਨੇ ਅੰਦਰ ਖਾਤੇ ਕਿ ਅਸੀਂ ਵੀ ਐਵੇਂ ਦੇ ਹੋ ਜਾਈਏ, ਅਸੀਂ ਵੀ ਐਵੇਂ ਦੇ ਹੋ ਜਾਈਏ। ਦੂਜਾ ਮੀਨਿੰਗ ਇਹਦਾ ਇਹ ਕੀਤਾ ਹੈ ਕਿ ਉਹ ਲੋਚਨ ਉਹਨਾਂ ਗੁਣਾਂ ਨੂੰ ਕਿ ਜਿਹੜੇ ਗੁਰੂ ਸਾਹਿਬਾਨ ਨੇ ਨਾ, ਉਹ ਤਾਂ ਲੋਚਦੇ ਨੇ, ਚਾਹੁੰਦੇ ਨੇ ਕਿ ਇਹਨਾਂ ਨਿੰਦਕਾਂ ਨੂੰ ਵੀ ਗੁਣ ਦਿੱਤੇ ਜਾਣ, ਇਹਨਾਂ ਦਾ ਵੀ ਜੀਵਨ ਸੌਖਾ ਹੋ ਜਾਏ, ਪਰ ਉਹ ਲੈ ਨਹੀਂ ਪਾਉਂਦੇ ਕਿਉਂਕਿ ਉਹ ਅਹੰਕਾਰ ਸੜਨ ਦੇ, ਉਹ ਆਪਣੇ ਹੰਕਾਰ ਦੇ ਵਿੱਚ ਸੜੇ ਹੋਏ ਨੇ, ਈਗੋ ਦੇ ਵਿੱਚ ਨੇ, ਗੁਰੂ ਦੀ ਗੱਲ ਨੂੰ ਮੰਨਣਾ ਨਹੀਂ ਚਾਹੁੰਦੇ। ਦੋਵੇਂ ਜਿਨ੍ਹਾਂ ਵਿੱਚੋਂ ਜਿਸ ਤਰ੍ਹਾਂ ਮਰਜ਼ੀ ਅਰਥ ਕਰ ਲਓ, ਵਰਡਿੰਗ ਦਾ ਫਰਕ ਹੈ ਸਿਰਫ। ਗੱਲ ਇੰਨੀ ਹੈ ਕਿ ਜਿਹੜਾ ਬੰਦਾ ਹੰਕਾਰ ਵਿੱਚ ਸੜ ਰਿਹਾ ਹੈ ਨਾ, ਈਗੋ ਦੇ ਅੰਦਰ, ਉਹ ਇਹਨਾਂ ਗੁਣਾਂ ਨੂੰ ਪਾ ਨਹੀਂ ਸਕੇਗਾ। ਮੈਂ ਆਪ ਦੇ ਨਾਲ ਥੋੜੀ ਜਿਹੀ ਵਿਚਾਰ ਕਰਾਂ। ਜਿਵੇਂ ਈਗੋ ਹੈ, ਤਾਂ ਭਾਈ ਦਪਿੰਦਰ ਸਿੰਘ ਜੀ ਨੇ, ਸਾਡਾ ਪ੍ਰਾਹੁਣਾ ਹੈ, ਉਹ ਕਲਾਸ ਵੀ ਕਈ ਵਾਰ ਆਪ ਦੀ ਉਹਨਾਂ ਨੇ ਲਈ, ਉਹਨਾਂ ਨੇ ਮੈਨੂੰ ਦੱਸਿਆ ਸੀ ਚੀਜ਼ ਕਿ ਈਗੋ ਦੇ ਦੋ ਰੂਪ ਨੇ ਵਿੰਗੜੇ ਹੋਏ, ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ। ਇਹ ਦੋਵੇਂ ਹੀ ਵਿੰਗੜੇ ਹੋਏ ਰੂਪ ਨੇ ਔਰ ਦੁਖਦਾਈ ਨੇ। ਜਿਨ੍ਹਾਂ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਹੈ, ਉਹ ਗੁਣਾਂ ਦੇ ਧਾਰਨੀ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਦੇ ਸਬਕੌਂਸ਼ੀਅਸ ਮਾਈਂਡ ਦੇ ਅੰਦਰ ਇਹ ਚੀਜ਼ ਚਲੀ ਗਈ ਹੈ ਔਰ ਉਹ ਬਾਰ-ਬਾਰ ਰਿਪੀਟ ਕਰ ਰਹੇ ਨੇ, ਮੈਂ ਤੇ ਕੁਝ ਵੀ ਨਹੀਂ, ਮੈਂ ਤਾਂ ਕਾਮਯਾਬ ਹੋ ਨਹੀਂ ਸਕਦਾ, ਮੈਂ ਤਾਂ ਨਿਕੰਮਾ ਬੰਦਾ ਹਾਂ, ਮੈਨੂੰ ਤਾਂ ਕੋਈ ਪਸੰਦ ਨਹੀਂ ਕਰਦਾ, ਮੈਨੂੰ ਤਾਂ ਕੋਈ ਚਾਹੁੰਦਾ ਹੀ ਨਹੀਂ, ਮੇਰੀ ਤੇ ਕੋਈ ਕਦਰ ਹੀ ਨਹੀਂ ਕਰਦਾ, ਜਿੱਥੇ ਮੈਂ ਜਾਂਦਾ ਹਾਂ ਫੇਲ ਹੀ ਹੁੰਦਾ ਹਾਂ, ਇਹਦੇ ਨਾਲੋਂ ਤਾਂ ਰੱਬ ਮੈਨੂੰ ਚੁੱਕ ਹੀ ਲਵੇ ਤੇ ਚੰਗਾ ਹੈ। ਹੁਣ ਇਹ ਈਗੋ ਦਾ ਹੀ ਵਿੰਗੜਿਆ ਹੋਇਆ ਰੂਪ ਹੈ, ਇਸ ਬੰਦੇ ਨੂੰ ਸੁਖੀ ਕਿਵੇਂ ਕਰ ਲੋਗੇ? ਦੂਜੇ ਨੰਬਰ ਤੇ ਸੁਪਰੀਓਰਿਟੀ ਕੰਪਲੈਕਸ ਹੈ ਕਿ ਜੋ ਕੁਛ ਹਾਂ ਮੈਂ ਹੀ ਹਾਂ। ਉਸ ਬੰਦੇ ਨੂੰ ਤੁਸੀਂ ਸੁਖੀ ਔਰ ਸ਼ਾਂਤ ਕਿਵੇਂ ਕਰ ਲੋਗੇ? ਜਿਹਦੇ ਅੰਦਰ ਹਉਮੈ ਦਾ ਕੰਡਾ ਹੈ, ਉਹ ਜਿੱਧਰ ਵੀ ਜਾਏਗਾ ਉਹ ਚੁਭੇਗਾ। ਤਾਂ ਇਸ ਲਈ ਇਹਦਾ ਭਾਵ ਪੰਕਤੀ ਦਾ ਇਹ ਹੈ ਕਿ ਜੇਕਰ ਅਸੀਂ ਸੁਖ ਸ਼ਾਂਤੀ ਨੂੰ ਤੇ ਚਾਹੁੰਦੇ ਹਾਂ, ਲੋੜਦੇ ਹਾਂ, ਲੇਕਿਨ ਅੰਦਰ ਈਗੋ ਹੈ, ਹੰਕਾਰ ਹੈ, ਗੁਰੂ ਦੇ ਬਚਨਾਂ ਮੁਤਾਬਕ ਜ਼ਿੰਦਗੀ ਨਹੀਂ ਜੀਣਾ ਚਾਹੁੰਦੇ, ਤਾਂ ਫਿਰ ਅਸੀਂ ਕਦੇ ਵੀ ਸੁਖ ਸ਼ਾਂਤੀ ਹਾਸਲ ਨਹੀਂ ਕਰ ਪਾਵਾਂਗੇ। ਕੋਈ ਵਿਚਾਰੇ ਕਿਆ ਕਰਹਿ ਜਾਂ ਭਾਗ ਤੁਰ ਮੰਦੇ। ਕਰਹਿ ਨਹੀਂ ਪੜਨਾ, ਬਿੰਦੀ ਲਗਾ ਕੇ ਪੜਨਾ ਹੈ ਕਰਹਿ। ਭਾਗ ਤੁਰ ਮੰਦੇ, ਧੁਰ ਦਾ ਮਤਲਬ ਧੁਰ ਤੋਂ, ਮੰਦੇ ਦਾ ਮਤਲਬ ਮਾੜੇ, ਭਾਗ ਦਾ ਮਤਲਬ ਕਿਸਮਤ, ਲੇਖ। ਉਹ ਵਿਚਾਰੇ ਵੀ ਕੀ ਕਰਨ ਕਿ ਉਹਨਾਂ ਦੇ ਭਾਗ ਹੀ ਮਾੜੇ ਨੇ, ਭਾਗ ਮਾੜੇ ਨੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਭਾਗ ਧੁਰ ਮੰਦੇ, ਧੁਰ ਤੋਂ ਮੰਦੇ ਭਾਗ ਨੇ। ਹੁਣ ਇਸ ਪੰਕਤੀ ਨੂੰ ਐਕਸਪਲੇਨ ਕਰਨ ਲੱਗਿਆਂ ਸਾਡੇ ਵੀਰਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਉਹ ਗਲਤੀ ਇਹ ਕੀਤੀ ਹੈ, ਆਮ ਬੰਦੇ ਨੇ ਕੀਤੀ ਹੈ, ਸਾਡੇ ਰੇਡੀਓ ਤੇ, ਟੀਵੀ ਤੇ, ਅਖਬਾਰਾਂ ਵਿੱਚ ਮਾਂ-ਬਾਪ, ਸਾਡੇ ਭੈਣ ਭਰਾ, ਸਮਾਜ, ਯਾਨੀ ਬਹੁ ਗਿਣਤੀ ਜੋ ਹੈ, ਉਹ ਇਹ ਚੀਜ਼ ਮੰਨ ਰਹੀ ਹੈ ਕਿ ਕਿਸਮਤ ਰੱਬ ਲਿਖ ਕੇ ਭੇਜਦਾ ਹੈ, ਰੱਬ ਵੱਲੋਂ ਹੀ ਇਹਦੀ ਮਾੜੀ ਕਿਸਮਤ ਲਿਖੀ ਹੈ। ਤੇ ਇੱਥੇ ਵੀ ਮੀਨਿੰਗ ਉਹੀ ਕਰ ਦਿੱਤਾ ਜਾਂਦਾ ਹੈ ਕਿ ਜਦੋਂ ਰੱਬ ਵੱਲੋਂ ਹੀ ਕਿਸਮਤ ਉਹਦੀ ਮਾੜੀ ਲਿਖੀ ਹੈ ਤੇ ਉਹ ਕੀ ਕਰਨ।
ਦੇਖੋ ਇਹਦਾ ਮੀਨਿੰਗ ਇਹ ਨਹੀਂ ਹੈ। ਮੈਂ ਕਲਾਸ ਵਿੱਚ ਪਹਿਲਾਂ ਕਈ ਵਾਰ ਬੇਨਤੀ ਕਰ ਚੁੱਕਾ ਕਿ ਕਿਸਮਤ ਨਾਮ ਦੀ ਕੋਈ ਚੀਜ਼ ਨਹੀਂ ਹੈ ਜਿਹੜੀ ਕਿ ਪਿੱਛੋਂ ਲਿਖੀ ਹੁੰਦੀ ਹੈ। ਅਸੀਂ ਜਦੋਂ ਫੇਲ ਤੇ ਆਪ ਹੁੰਨੇ ਆ, ਗਲਤੀਆਂ ਸਾਡੀਆਂ ਆਪਣੀਆਂ ਹੁੰਦੀਆਂ ਨੇ। ਜੋ ਬੰਦੇ ਕਿਸਮਤ ਨੂੰ ਦੋਸ਼ ਦਿੰਦੇ ਨੇ ਨਾ, ਸਮਝ ਲਓ ਉਹ ਆਪਣੀਆਂ ਗਲਤੀਆਂ ਤੇ ਪਰਦਾ ਪਾ ਰਹੇ, ਆਪਣੀਆਂ ਗਲਤੀਆਂ ਤੇ ਪਰਦਾ ਪਾ ਰਹੇ ਨੇ। ਫੇਲ ਮੈਂ ਹੋ ਗਿਆ ਤੇ ਮੈਂ ਕਹਿੰਦਾ ਕਿਸਮਤ ਮਾੜੀ, ਤਾਂ ਹੁਣ ਮੈਂ ਆਪਣੀ ਗਲਤੀ ਤੇ ਪਰਦਾ ਪਾ ਰਿਹਾ। ਮੈਂ ਆਪਣੀ ਗਲਤੀ ਮੰਨਣ ਦੀ ਹਿੰਮਤ ਨਹੀਂ ਰੱਖਦਾ ਕਿ ਮੈਂ ਚੱਜ ਨਾਲ ਪੜ੍ਹਿਆ ਨਹੀਂ, ਮੈਂ ਮਿਹਨਤ ਨਹੀਂ ਕੀਤੀ, ਮੈਂ ਸਕੂਲ ਦਾ ਕੰਮ ਠੀਕ ਨਹੀਂ ਸੀ ਕਰਦਾ, ਟੀਚਰ ਦੀ ਗੱਲ ਠੀਕ ਨਹੀਂ ਸੀ ਸੁਣਦਾ, ਹੋਮਵਰਕ ਟਾਈਮ ਨਾਲ ਨਹੀਂ ਸੀ ਕਰਦਾ, ਘਰ ਵਿੱਚ ਪੜ੍ਹਦਾ ਨਹੀਂ ਸੀ। ਜਦੋਂ ਬੱਚੇ ਪੜ੍ਹ ਰਹੇ ਹੁੰਦੇ ਸੀ ਮੈਂ ਬਾਹਰ ਦੜੰਗੇ ਲਾ ਰਿਹਾ ਹੁੰਦਾ ਸੀ। ਇਸ ਗਲਤੀ ਨੂੰ ਛੁਪਾਉਣ ਲਈ ਮੈਂ ਕਹਿ ਰਿਹਾ ਕਿਸਮਤ। ਹੁਣ ਇਹ ਭਾਗ ਧੁਰ ਮੰਦੇ, ਧੁਰ ਤੋਂ ਦਾ ਮਤਲਬ ਸ਼ੁਰੂ ਤੋਂ, ਸਾਡੀ ਜ਼ਿੰਦਗੀ ਦੀ ਜੋ ਸ਼ੁਰੂਆਤ ਹੈ। ਭਾਗ ਦਾ ਮਤਲਬ ਜੋ ਸਾਡੇ ਅੰਦਰ ਸੰਸਕਾਰ ਨੇ, ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਕਲਪਨਾ ਕਰਦੇ ਹਾਂ, ਸੋਚਦੇ ਹਾਂ, ਸਾਡੇ ਅੰਦਰ ਸੰਸਕਾਰ ਪੈਦਾ ਹੁੰਦੇ ਨੇ। ਉਹ ਸੰਸਕਾਰ ਹੌਲੇ-ਹੌਲੇ ਪੱਕੇ ਹੋਈ ਜਾਂਦੇ ਨੇ। ਉਹ ਸਾਡਾ ਸੁਭਾਅ ਬਣ ਜਾਂਦਾ ਹੈ, ਸਾਡੀ ਆਦਤ ਬਣ ਜਾਂਦੀ ਹੈ। ਉਸ ਆਦਤ ਮੁਤਾਬਕ ਅਸੀਂ ਜ਼ਿੰਦਗੀ ਜੀਂਦੇ ਹਾਂ ਔਰ ਉਸਦਾ ਹੀ ਸਾਨੂੰ ਸੁੱਖ ਜਾਂ ਦੁੱਖ ਸਾਨੂੰ ਮਿਲਦਾ ਹੈ। ਜੇ ਇਸ ਨੂੰ ਸਾਈਕੋਲੋਜੀਕਲੀ ਵਰਡਿੰਗ ਯੂਜ਼ ਕੀਤੀ ਜਾਏ ਤਾਂ ਉਹਦੇ ਵਾਸਤੇ ਇਹ ਹੈ ਕਿ ਜ਼ਿੰਦਗੀ ਦੇ ਅੰਦਰ ਇਵੈਂਟਸ ਨੇ ਤੇ ਹਰ ਇਵੈਂਟ ਸਾਡੇ ਅੰਦਰ ਬਿਲੀਫ ਸਿਸਟਮ ਪੈਦਾ ਕਰਦਾ ਹੈ ਤੇ ਹਰ ਬਿਲੀਫ ਤੋਂ ਸਾਡੇ ਅੰਦਰ ਇਮੋਸ਼ਨਸ ਪੈਦਾ ਹੁੰਦੇ ਨੇ ਤੇ ਉਸ ਇਮੋਸ਼ਨਸ ਮੁਤਾਬਕ ਸਾਡਾ ਬਿਹੇਵੀਅਰ ਬਣਦਾ ਹੈ। ਸਾਡੇ ਬਿਹੇਵੀਅਰ ਤੋਂ ਫਿਰ ਇੱਕ ਇਵੈਂਟ ਪੈਦਾ ਹੁੰਦਾ ਹੈ। ਇਵੈਂਟ ਤੋਂ ਫਿਰ ਸਾਡੇ ਅੰਦਰ ਬਿਲੀਫ ਸਿਸਟਮ ਪੈਦਾ ਹੁੰਦਾ ਹੈ। ਬਿਲੀਫ ਸਿਸਟਮ ਤੋਂ ਸਾਡੇ ਅੰਦਰ ਫਿਰ ਇਮੋਸ਼ਨਸ ਪੈਦਾ ਹੁੰਦੇ ਨੇ। ਇਮੋਸ਼ਨਸ ਫਿਰ ਸਾਡਾ ਬਿਹੇਵੀਅਰ, ਐਵੇਂ ਇੱਕ ਚੱਕਰ ਚੱਲ ਜਾਂਦਾ ਹੈ। ਤੇ ਜੇ ਸਾਡੇ ਇਵੈਂਟ ਦੇ ਵਿੱਚੋਂ ਜੋ ਬਿਲੀਫ ਸਿਸਟਮ ਹੈ ਉਹ ਨੈਗੇਟਿਵ ਹੈ ਤਾਂ ਸਾਡੇ ਅੰਦਰ ਇੱਕ ਨੈਗੇਟਿਵਿਟੀ ਦਾ ਨਿਊਰੋਨਲ ਪੈਟਰਨ ਬਣ ਜਾਂਦਾ ਹੈ ਤੇ ਉਹ ਸਰਕਲ ਲਗਾਤਾਰ ਚੱਲਦਾ ਰਹਿੰਦਾ ਹੈ। ਉਹ ਬੰਦਾ ਕਦੇ ਵੀ ਸੁਖੀ ਔਰ ਸ਼ਾਂਤ ਨਹੀਂ ਹੋ ਜਾਂਦਾ। ਜੇ ਇਸ ਨਿਊਰੋਨਲ ਪੈਟਰਨ ਨੂੰ ਤੋੜਨਾ ਹੈ ਤਾਂ ਉਹਦੇ ਵਾਸਤੇ ਸਾਨੂੰ ਜਿਹੜੀ ਹੈ CBT, ਕੋਗਨੀਟਿਵ ਬਿਹੇਵੀਅਰ ਥੈਰੇਪੀ, ਇਹਦੇ ਬਾਰੇ ਜਿਹਨੂੰ ਥੋੜੀ ਜਿਹੀ ਵੀ ਜਾਣਕਾਰੀ ਹੋਏਗੀ ਉਹ ਆਪਣੀ ਇਸ ਚੀਜ਼ ਨੂੰ ਖਤਮ ਕਰ ਸਕਦਾ ਹੈ ਪ੍ਰੈਕਟਿਸ ਕਰਕੇ। ਇਹਨੂੰ ਕਹਿੰਦੇ ਨੇ ਭਾਗ ਧੁਰ ਮੰਦੇ। ਵੀ ਉਹ ਵਿਚਾਰੇ ਕੀ ਕਰ ਸਕਦੇ ਨੇ ਜੇ ਗੁਰੂ ਦੇ ਖਿਲਾਫ ਬੋਲ ਰਹੇ ਨੇ? ਉਹਨਾਂ ਦੇ ਧੁਰ ਤੋਂ ਸੰਸਕਾਰ ਹੀ ਮਾੜੇ ਨੇ, ਉਹਨਾਂ ਦੀ ਸੋਚ ਹੀ ਮਾੜੀ ਹੈ ਔਰ ਉਸ ਸੋਚ ਮੁਤਾਬਕ ਹੁਣ ਵੀ ਜ਼ਿੰਦਗੀ ਜੀਵੀ ਜਾ ਰਹੇ ਨੇ। ਹਾਂ, ਜੇ ਬਦਲਣਾ ਚਾਹਣ ਤਾਂ ਗੁੰਜਾਇਸ਼ ਹੈ। ਉਹ ਗੁਰੂ ਸਾਹਿਬ ਜੀ ਅੱਗੇ ਚੱਲ ਕੇ ਦੱਸਦੇ ਨੇ, ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ। ਤਿਨ ਦਾ ਮਤਲਬ ਤਿਸ ਨੇ, ਸੰਦੇ ਦਾ ਮਤਲਬ ਦੇ। ਜੋ ਮਾਰੇ ਤਿਨ ਪਾਰ ਬ੍ਰਹਮ, ਜੋ ਰੱਬ ਵੱਲੋਂ ਮਾਰੇ ਹੋਏ ਨੇ, ਮੋਏ ਹੋਏ ਨੇ, ਸੇ ਕਿਸੇ ਨਾ ਸੰਦੇ, ਉਹ ਕਿਸੇ ਦੇ ਸੱਕੇ ਨਹੀਂ ਹੁੰਦੇ। ਜੋ ਰੱਬ ਵੱਲੋਂ ਮਰੇ ਹੋਏ ਨੇ। ਹੁਣ ਰੱਬ ਵੱਲੋਂ ਮਰੇ ਹੋਏ ਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਸਰੀਰ ਮਰਿਆ ਹੋਇਆ ਹੈ। ਜਿਨ੍ਹਾਂ ਦੀ ਸੋਚ ਰੱਬੀ ਗੁਣਾਂ ਦੇ ਨਾਲੋਂ ਟੁੱਟੀ ਹੋਈ ਹੈ, ਜਿਨ੍ਹਾਂ ਦੀ ਆਤਮਿਕ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੈ, ਉਹ ਕਿਸੇ ਦੇ ਸੱਕੇ ਨਹੀਂ ਹੁੰਦੇ। ਔਰ ਐਸੇ ਲੋਕ ਆਪ ਨੂੰ ਇਸ ਸਮਾਜ ਦੇ ਅੰਦਰ ਆਮ ਮਿਲ ਜਾਣਗੇ। ਕਿੰਨੀਆਂ ਸਾਰੀਆਂ ਐਸੀਆਂ ਵੀਡੀਓ ਵਾਇਰਲ ਹੋਈਆਂ ਨੇ। ਇੱਕ ਤੁਸੀਂ ਦੇਖਿਆ ਹੋਣਾ ਗੱਚਕ ਬਣਾਉਣ ਵਾਲੀ ਕਿਵੇਂ ਗੰਦੀ ਨਾਲੀ ਦੇ ਕੋਲ ਗੱਚਕ ਬਣਾ ਰਹੇ ਨੇ। ਆਪਨੇ ਦੇਖਿਆ ਹੈ ਗੋਲ ਗੱਪੇ ਬਣਾਉਣ ਵਾਲੀ ਵੀਡੀਓ, ਜਿਹੜਾ ਪੈਰਾਂ ਦੇ ਨਾਲ ਆਟਾ ਗੁੰਨਦੇ ਔਰ ਨਾਲ ਹੀ ਨਾਲੀ ਦੇ ਵਿੱਚ ਪਿਸ਼ਾਬ ਆਦਿ ਕਰੀ ਜਾ ਰਹੇ ਨੇ। ਕਿਵੇਂ ਇੱਕ ਗਟਰ ਦੇ ਵਿੱਚ ਮੂਲੀਆਂ ਧੋ ਰਿਹਾ ਹੈ ਇੱਕ ਬੰਦਾ। ਕਿਵੇਂ ਲੋਕ ਸਿੰਥੈਟਿਕ ਦੁੱਧ ਔਰ ਸਿੰਥੈਟਿਕ ਖੋਇਆ ਬਣਾ ਰਹੇ ਨੇ, ਡੁਪਲੀਕੇਟ ਦਵਾਈਆਂ ਬਣਾ ਰਹੇ ਨੇ। ਪਿੱਛੇ ਖਬਰ ਵਾਇਰਲ ਹੋਈ ਹੈ ਕਿ ਹਾਲੇ ਦੇਖੋ ਕਰੋਨਾ ਦੇ ਨਾਲ ਕਿੰਨੀ ਮੌਤਾਂ ਹੋਈਆਂ, ਕਿੰਨਾ ਵੱਡਾ ਫਾਈਨੈਂਸ਼ੀਅਲੀ ਨੁਕਸਾਨ ਹੋਇਆ। ਤੇ ਮੇਰੇ ਖਿਆਲ 'ਚ ਜਿਹੜੀ ਖਬਰ ਸੀ ਉਹਦੇ ਵਿੱਚ ਕਈ ਕਰੋੜ ਜਿਹੜੀਆਂ ਨੇ ਉਹ ਵੈਕਸੀਨ ਜਿਹੜੀਆਂ ਨੇ ਡੁਪਲੀਕੇਟ ਬਣਾ ਕੇ ਰੱਖੀਆਂ ਨੇ। ਉਹ ਸੱਚੀ ਝੂਠੀ ਹੈ ਇਹ ਮੀਡੀਆ ਜਾਣੇ, ਲੇਕਿਨ ਖਬਰ ਆਈ ਹੈ ਤੇ ਜਿਹੜੀ ਖਬਰ ਹੈ ਉਹ ਝੂਠੀ ਨਹੀਂ ਹੋ ਸਕਦੀ, ਸੱਚੀ ਹੋਣੀ। ਤਾਂ ਉਹ ਕਿਸੇ ਦੇ ਵੈਰੀ ਸੱਕੇ ਹੈ ਨੇ ਲੋਕ ਜੋ ਰਿਸ਼ਵਤ ਲੈ ਰਹੇ ਨੇ, ਜੋ ਚੋਰੀ ਕਰ ਰਹੇ ਨੇ, ਬੇਈਮਾਨੀ ਕਰ ਰਹੇ ਨੇ, ਦੂਜਿਆਂ ਦੀਆਂ ਧੀਆਂ ਭੈਣਾਂ ਦੇ ਨਾਲ ਮਾੜਾ ਕਰ ਰਹੇ ਨੇ। ਤਾਂ ਉਹ ਲੋਕ ਨੇ ਜਿਨ੍ਹਾਂ ਦੀ ਜ਼ਮੀਰ ਮਰੀ ਹੋਈ ਹੈ, ਇਨਸਾਨੀਅਤ ਮਰ ਗਈ ਹੋਈ ਹੈ। ਇਹਨੂੰ ਕਹਿੰਦੇ ਨੇ ਪਾਰ ਬ੍ਰਹਮ ਵੱਲੋਂ ਮਾਰੇ ਹੋਏ, ਜੋ ਰੱਬ ਵੱਲੋਂ ਮਰੇ ਹੋਏ ਨੇ, ਜਿਨ੍ਹਾਂ ਨੇ ਰੱਬੀ ਗੁਣਾਂ ਨਾਲ ਉਹਨੂੰ ਆਪਣਾ ਨਾਤਾ ਤੋੜ ਲਿਆ ਹੈ, ਸੱਚਾਈ ਨਾਲੋਂ, ਦਇਆ ਨਾਲੋਂ, ਪ੍ਰੇਮ ਨਾਲੋਂ, ਸੱਚ ਨਾਲੋਂ। ਉਹ ਕਿਸੇ ਦੇ ਸੱਕੇ ਨਹੀਂ ਹਨ।
ਔਰ ਹਕੀਕਤ ਹੈ ਇਸ ਦੁਨੀਆ ਦੇ ਅੰਦਰ ਇਹ ਚੀਜ਼ਾਂ ਵੇਖੀਆਂ ਜਾ ਸਕਦੀਆਂ ਨੇ। ਪਿੱਛੇ ਇੱਕ ਆਪਨੇ ਖਬਰ ਪੜ੍ਹੀ ਹੋਈ ਕਿ ਕੋਈ ਗਰੀਬ ਬੰਦੇ ਨੇ ਕਿਸੇ ਤਾਂਤਰਿਕ ਨੂੰ ਕਿਹਾ ਕਿ ਸਾਡੇ ਘਰ ਵਾਧਾ ਨਹੀਂ ਪੀਂਦਾ, ਤੇ ਉਹਨੇ ਕਿਹਾ ਕਿ ਤੁਹਾਨੂੰ ਬਲੀ ਦੇਣੀ ਪਵੇਗੀ, ਹਵਨ ਕਰਾਉਣਾ ਪਵੇਗਾ। ਦੇਖੋ, ਇੱਕ ਗਰੀਬ ਬੰਦੇ ਦੀ ਗਰੀਬੀ ਕੱਟਣ ਵਾਸਤੇ ਹੁਣ ਉਹਨੂੰ ਕਿੰਨਾ ਕੁ ਪੈਸਾ ਉਹਦੇ ਕੋਲੋਂ ਮਿਲ ਗਿਆ ਹੋਣਾ, 1000 1100 ਰੁਪਇਆ ਜਾਂ 2000 ਉਸ ਤਾਂਤਰਿਕ ਨੂੰ, ਤੇ ਉਹਨਾਂ ਨੇ ਵਿਚਾਰਿਆਂ ਨੇ ਆਪਣਾ ਇੱਕ 8 ਸਾਲ ਦਾ ਬੱਚਾ ਪੇਸ਼ ਕਰਤਾ ਵੀ ਇਹਦੀ ਅਸੀਂ ਬਲੀ ਦੇ ਦਿੰਦੇ ਹਾਂ, ਤੇ ਉਸ ਤਾਂਤਰਿਕ ਨੇ ਉਹਦੇ ਮੱਥੇ ਦੇ ਵਿੱਚ ਬਰੰਜੀ ਕਿੱਲ ਠੋਕ ਕੇ ਬੱਚਾ ਮਾਰਿਆ, ਬਾਅਦ ਦੇ ਵਿੱਚ ਉਹ ਫੜਿਆ ਗਿਆ ਸੀ। ਹੁਣ 1100 ਰੁਪਏ ਜਾਂ 2100 ਰੁਪਇਆ ਲੈਣ ਵਾਸਤੇ ਇਹ ਕੰਮ ਕਰ ਦੇਣਾ, ਇਹਨਾਂ ਨੂੰ ਕਹਿੰਦੇ ਨੇ ਪਾਰ ਬ੍ਰਹਮ ਦੇ ਮਾਰੇ ਹੋਏ, ਜਿਹੜੇ ਰੱਬ ਨਾਲੋਂ ਟੁੱਟੇ, ਜਿਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ। ਉਹ ਕਿਸੇ ਦੇ ਸੱਕੇ ਨਹੀਂ, ਉਹ ਕਿਸੇ ਦੇ ਨਾਲ ਕਿਹੜਾ ਵੀ ਵੱਡਾ ਧੋਖਾ ਵੈਰ ਕਮਾ ਸਕਦੇ ਨੇ। ਵੈਰ ਕਰਹਿ ਨਿਰਵੈਰ ਨਾਲ ਧਰਮ ਨਿਆਏ ਪਚੰਦੇ। ਨਿਆਏ ਦਾ ਮਤਲਬ ਨਿਆਂ ਅਨੁਸਾਰ, ਪਚੰਦੇ ਦਾ ਮਤਲਬ ਸੜਦੇ ਨੇ। ਧਰਮ ਨਿਆਏ ਦਾ ਮਤਲਬ ਜੋ ਸੱਚਾ ਨਿਆਂ ਹੈ। ਵੈਰ ਕਰੇ ਨਿਰਵੈਰ ਨਾਲ, ਜੋ ਨਿਰਵੈਰਾਂ ਨਾਲ ਵੀ ਵੈਰ ਕਰਦੇ ਨੇ, ਉਹ ਸੱਚੇ ਨਿਆਂ ਮੁਤਾਬਕ ਪਚੰਦੇ ਦਾ ਮਤਲਬ ਖੱਪਦੇ ਨੇ, ਸੜਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਹੁੰਦੀ। ਐਸੇ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਪਾਏ ਜਾਂਦੇ ਨੇ। ਜੋ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਨਾ ਬੰਦੇ, ਇੰਗਲੈਂਡ ਕੈਨੇਡਾ ਵਿੱਚ ਜੇਲ੍ਹਾਂ ਦੇ ਵਿੱਚ ਬੰਦੇ ਭੇਜੇ ਜਾਂਦੇ ਨੇ। ਮੈਂ ਉਹਨਾਂ ਇੱਕ ਦੋ ਵੀਰਾਂ ਦੇ ਨਾਲ ਮਿਲਿਆ ਹਾਂ ਜੋ ਜੇਲ੍ਹਾਂ ਵਿੱਚ ਜਾ ਕੇ ਧਾਰਮਿਕ ਜੋ ਪ੍ਰਚਾਰਕ ਨੇ, ਜੇਲ੍ਹਾਂ ਵਿੱਚ ਗਏ ਹੋਏ ਲੋਕਾਂ ਨੂੰ ਧਰਮ ਬਾਰੇ ਜਾਣਕਾਰੀ ਦਿੰਦੇ ਨੇ ਜਾਂ ਉਹਨਾਂ ਨੂੰ ਕੁਝ ਸਮਝਾਉਂਦੇ ਬੁਝਾਉਂਦੇ ਨੇ। ਤਾਂ ਉਹਨਾਂ ਬੰਦਿਆਂ ਦੇ ਨਾਲ ਮਿਲ ਕੇ ਇੱਕ ਦੋ ਵਾਰੀ ਪੁੱਛਿਆ ਹੈ ਵੀ ਉਹਨਾਂ ਦੀ ਕੰਡੀਸ਼ਨ ਕੀ, ਉਹ ਬੰਦੇ ਕੀ ਸੋਚਦੇ ਨੇ ਜੋ ਅਪਰਾਧੀ। ਤਾਂ ਉਹ ਇਹ ਗੱਲ ਦੱਸਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਪਛਤਾਵਾ ਹੈ। ਕਈ ਲੋਕ ਰੋਂਦੇ ਨੇ, ਕਲਪਦੇ ਨੇ ਕਿ ਮੇਰੇ ਤੋਂ ਬਹੁਤ ਵੱਡਾ ਅਪਰਾਧ ਹੋਇਆ ਹੈ, ਪਛਤਾਉਂਦੇ ਨੇ। ਇਹੀ ਤੇ ਸਜ਼ਾ ਹੈ। ਦੂਜੀ ਸਜ਼ਾ ਇਹ ਹੈ ਕਿ ਉਹ ਨਿੰਦਾ ਚੁਗਲੀ ਔਰ ਈਰਖਾ ਦੁਆਸ਼ ਦੇ ਵਿੱਚ ਹੀ ਹਮੇਸ਼ਾ ਸੜਦੇ ਰਹਿੰਦੇ ਨੇ। ਜਦੋਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਸੰਭਾਵਨਾ ਸੀ, ਉਹ ਚੰਗੇ ਡਾਕਟਰ ਹੋ ਸਕਦੇ ਸੀ, ਇੰਜੀਨੀਅਰ ਬਣ ਸਕਦੇ ਸੀ, ਵਿਗਿਆਨਿਕ ਹੋ ਸਕਦੇ ਸੀ, ਚੰਗੇ ਧਾਰਮਿਕ ਇਨਸਾਨ ਹੋ ਸਕਦੇ ਸੀ, ਸਫਲ ਵਪਾਰੀ ਹੋ ਸਕਦੇ ਸੀ, ਦੁਨੀਆ ਨੂੰ ਬਹੁਤ ਕੁਝ ਦੇ ਸਕਦੇ ਸੀ। ਏਡੀ ਵੱਡੀ ਪੋਸਿਬਿਲਿਟੀ ਹੁੰਦਿਆਂ ਉਹ ਠੱਗੀਆਂ ਔਰ ਚੋਰੀਆਂ ਬੇਈਮਾਨੀਆਂ ਦੇ ਵਿੱਚ ਫਸ ਗਏ। ਇਹ ਵੀ ਤੇ ਇੱਕ ਆਪਣੇ ਆਪ ਦੇ ਅੰਦਰ ਸਜ਼ਾ ਹੈ। ਇਨਸਾਨ ਹੁੰਦਿਆਂ ਹੋਇਆਂ ਇਨਸਾਨੀਅਤ ਵਾਲੀ ਜ਼ਿੰਦਗੀ ਨਾ ਜੀਣੀ, ਇਹ ਆਪਣੇ ਆਪ ਦੇ ਅੰਦਰ ਹੀ ਇੱਕ ਬਹੁਤ ਵੱਡੀ ਸਜ਼ਾ ਹੈ। ਕਿ ਹੋਵੇ ਬੰਦਾ ਇਨਸਾਨ ਤੇ ਹੈਵਾਨੀਅਤ ਦੇ ਅੰਦਰ ਸੜਦਾ ਹੋਵੇ, ਇਸ ਤੋਂ ਵੱਡੀ ਸਜ਼ਾ ਹੋਰ ਕੀ ਹੋ ਸਕਦੀ ਹੈ। ਜਿਹਦੇ ਕੋਲੋਂ ਈਰਖਾ ਦੀ, ਵੈਰ ਦੀ, ਝੂਠ ਦੀ, ਅਨਿਆਂ ਦੀ ਬਦਬੂ ਆਉਂਦੀ ਹੋਵੇ। ਬਾਹਰੋਂ ਜਿੰਨਾ ਮਰਜ਼ੀ ਪਰਫਿਊਮ ਲਗਾ ਲਓ, ਕੀਮਤੀ ਤੋਂ ਕੀਮਤੀ ਪਰਫਿਊਮ ਅੱਜ ਕੋਈ ਇਸਤਰੀ ਪੁਰਸ਼ ਕੋਲੋਂ ਲੰਘੇ, ਕੀਮਤੀ ਤੋਂ ਕੀਮਤੀ ਪਰਫਿਊਮ ਦੀ ਸੁਗੰਧ ਆਉਂਦੀ ਹੈ, ਪਰ ਉਹ ਕੀ ਕੀਮਤੀ ਪਰਫਿਊਮ ਕਿਸੇ ਦੇ ਅੰਦਰ ਦੀ ਈਰਖਾ ਦੀ ਦੁਰਗੰਧ ਨੂੰ ਖਤਮ ਕਰ ਸਕਦਾ ਹੈ? ਗੈਰ ਇਨਸਾਨੀਅਤ ਦੀ ਬਦਬੂ ਨੂੰ ਖਤਮ ਕਰ ਸਕਦਾ ਹੈ? ਅੰਦਰ ਜੋ ਮਰੀ ਹੋਈ ਜ਼ਮੀਰ ਦੀ ਦੁਰਗੰਧ ਉੱਠ ਰਹੀ ਹੈ, ਕੀ ਉਹ ਪਰਫਿਊਮ ਨੂੰ ਖਤਮ ਕਰ ਲਵੇਗਾ? ਨਹੀਂ। ਵੈਰ ਕਰੇ ਨਿਰਵੈਰ ਨਾਲ ਧਰਮ ਨਿਆਏ ਪਚੰਦੇ। ਜੋ ਨਿਰਵੈਰਾਂ ਦੇ ਨਾਲ ਵੈਰ ਕਮਾਉਂਦੇ ਨੇ, ਉਹ ਸੱਚੇ ਨਿਆਂ ਵਿੱਚ ਪਚਦੇ ਨੇ, ਖਪਦੇ ਨੇ। ਜੋ ਜੋ ਸੰਤ ਸਰਾਪਿਆ ਸੇ ਫਿਰੈ ਪਵੰਦੇ। ਸਰਾਪਿਆ ਦਾ ਮਤਲਬ ਫਿਟਕਾਰੇ ਹੋਏ। ਇਹਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਨੂੰ ਗੁਰੂ ਨੇ ਸਰਾਪ ਦੇ ਦਿੱਤਾ ਹੈ। ਗੁਰਮਤ ਜਿਹੜੀ ਹੈ ਸਰਾਪ ਵਗੈਰਾ ਨੂੰ ਔਰ ਵਰ ਨੂੰ ਨਹੀਂ ਮੰਨਦੀ। ਵਰ ਸਰਾਪ ਨਾਲ ਕੁਝ ਨਹੀਂ ਹੁੰਦਾ। ਵਰ ਜੇ ਕੋਈ ਦੇ ਦੇਵੇ ਨਾ, ਵੀ ਚੰਦਰਮਾ ਨੂੰ ਕੋਈ ਬਾਬਾ ਵਰ ਦੇ ਦੇ, ਕੱਲ ਤੋਂ ਲੈ ਕੇ ਤੂੰ ਚਾਨਣਾ ਸੂਰਜ ਵਾਲਾ ਕਰੇਗਾ, ਤੇ ਸਰਾਪ ਦੇ ਨਾਲ ਸੂਰਜ ਨੇ ਚੰਦਰਮਾ ਔਰ ਚੰਦਰਮਾ ਨੇ ਸੂਰਜ ਨਹੀਂ ਬਣਨਾ। ਜੇ ਕੋਈ ਬੰਦਾ ਸਰਾਪ ਦੇ ਦੇਵੇ ਨਾ, ਜਾਂ ਅੱਗ ਨੂੰ ਵਰ ਦੇ ਦੇਵੇ ਕਿ ਕੱਲ ਨੂੰ ਜਦੋਂ ਤੁਸੀਂ ਕਿਸੇ ਭੱਠੀ ਵਾਲੇ ਨੂੰ ਕੋਈ ਵਰ ਦੇ ਦੇਵੇ ਕਿ ਕੱਲ ਤੋਂ ਤੂੰ ਭੱਠੀ ਦੇ ਵਿੱਚ ਬਾਲਣ ਬਾਲੀ ਤੇ ਕੜਾਏ ਦੇ ਵਿੱਚ ਤੂੰ ਦੁੱਧ ਪਾਏਗਾ ਤੇ ਕਰੀਮ ਜੰਮ ਜਾਏਗੀ। ਐਵੇਂ ਵਰ ਦੇ ਨਾਲ ਕਰੀਮ ਨਹੀਂ ਜੰਮਣੀ। ਥੱਲੇ ਅੱਗ ਬਾਲੋਗੇ ਤੇ ਦੁੱਧ ਉਬਲੇਗਾ। ਵਰ ਸਰਾਪ ਨਾਲ ਐਵੇਂ ਕੁਛ ਨਹੀਂ ਹੁੰਦਾ। ਔਰ ਨਾ ਹੀ ਵਰ ਸਰਾਪਾਂ ਨੂੰ ਗੁਰਮਤ ਮੰਨਦੀ ਹੈ। ਇਹ ਤੇ ਸਰਾਪਿਆ ਦਾ ਮਤਲਬ ਫਿਟਕਾਰਿਆ ਹੋਇਆ, ਜੋ ਬੇਮੁਖ ਹੈ ਗੁਰੂ ਤੋਂ। ਜੋ ਸੰਤ ਸਰਾਪਿਆ, ਜੋ ਗੁਰੂ ਤੋਂ ਬੇਮੁਖ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਤੁਰਦਾ, ਜਿਨ੍ਹਾਂ ਨੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਤਿਆਗ ਦਿੱਤਾ ਹੈ, ਸੇ ਫਿਰੈ ਭਵੰਦੇ। ਉਹ ਭੌਂਦੇ ਫਿਰਦੇ ਨੇ, ਭਟਕਦੇ ਫਿਰਦੇ ਨੇ, ਉਹਨਾਂ ਨੂੰ ਕਦੇ ਟਿਕਾਵ ਨਹੀਂ ਮਿਲਦਾ। ਉਹਨਾਂ ਦੀ ਜ਼ਿੰਦਗੀ ਏਮਲੈਸ ਹੁੰਦੀ ਹੈ। ਔਰ ਜਿਸ ਦੀ ਜ਼ਿੰਦਗੀ ਏਮਲੈਸ ਹੈ, ਉਹਦੇ ਅੰਦਰ ਕੋਈ ਸੁੱਖ ਨਹੀਂ ਹੈ। ਆਮ ਜੋ ਮਨੁੱਖ ਹੈ,
ਉਹਦੀ ਜ਼ਿੰਦਗੀ ਵਿੱਚ ਸੁੱਖ ਕਿਉਂ ਨਹੀਂ ਹੈ? ਉਹਦੇ ਕੋਲ ਬੇਸ਼ੱਕ ਧੀਆਂ, ਪੁੱਤਰ, ਭੈਣ, ਭਰਾ, ਜ਼ਮੀਨ, ਜਾਇਦਾਦ ਸਭ ਕੁਝ ਹੈ, ਪਰ ਫਿਰ ਵੀ ਸਾਡੇ ਘਰ ਪਰਿਵਾਰਾਂ ਵਿੱਚ ਜਾਂ ਸਾਡੀ ਪਰਸਨਲ ਲਾਈਫ ਵਿੱਚ ਸੁੱਖ ਕਿਉਂ ਨਹੀਂ? ਉਹਦਾ ਰੀਜ਼ਨ ਹੈ ਕਿ ਸਾਡਾ ਕੋਈ ਗੋਲ ਹੀ ਨਹੀਂ ਹੈ। ਕਿ ਸਾਡਾ ਕੋਈ ਰਿਟਨ ਦੇ ਵਿੱਚ ਗੋਲ ਹੈ? ਕਿੰਨੇ ਲੋਕ ਨੇ ਜਿਨ੍ਹਾਂ ਨੇ ਆਪਣੀ ਡਾਇਰੀ ਲਗਾਈ ਹੈ ਔਰ ਉਸ ਡਾਇਰੀ ਦੇ ਉੱਤੇ ਉਹਨਾਂ ਨੇ ਰਿਟਨ ਦੇ ਅੰਦਰ ਆਪਣਾ ਗੋਲ ਲਿਖਿਆ ਹੈ ਕਿ ਮੇਰੀ ਮੈਂਟੈਲਿਟੀ ਐਵੇਂ ਦੀ ਚਾਹੀਦੀ ਹੈ, ਸਰਬੱਤ ਦੇ ਭਲੇ ਵਾਲੀ, ਭਾਈ ਕਨਈਏ ਵਾਲੀ ਮੇਰੀ ਮੈਂਟੈਲਿਟੀ ਹੋਏ। ਕਿਸੇ ਦਾ ਗੋਲ ਹੈ ਨਹੀਂ, ਬਹੁਤਿਆਂ ਦਾ। ਮੇਰੀ ਬੌਧਿਕਤਾ ਕੈਸੀ ਹੋਵੇ, ਮੈਂ ਫੈਸਲੇ ਕਿਵੇਂ ਸਹੀ ਲਵਾਂ, ਮੇਰੀ वर्डिंग कैसी हुई, शब्दावली कैसी हुई, मेरी टोन कैसी हुई, मैं फिजिकली किवें जीना है, मेरा फैमिली मेरी लाइफ किवें हुई, सोशल लाइफ गोल तो है ही नहीं। ते जिसका कोई गोल ही नहीं वो पहुंचेगा किथे? जिवें कोई माता बस विच चढ़ी सी ना, कनैक्टर ने कहा बेबे टिकट, उन्हें टिकट दे पैसे दिते, कहन लगा बेबे किथे जाना है? कहन लगी जिथे मेरी कुड़ी विआही है। ਹੁਣ ਕਨੈਕਟਰ ਨੂੰ ਕੀ ਪਤਾ ਕੁੜੀ ਕਿੱਥੇ ਵਿਆਹੀ? ਕਹਿੰਦਾ ਬੇਬੇ ਕਿੱਥੇ ਵਿਆਹੀ? ਕਹਿੰਦੇ ਮੈਨੂੰ ਪਤਾ ਨਹੀਂ, ਪਿੰਡ ਦਾ ਨਹੀਂ ਪਤਾ। ਹੁਣ ਕਿਵੇਂ ਪਹੁੰਚੋਗੇ ਜਦ ਗੋਲ ਹੀ ਹੈ ਨਹੀਂ ਅੱਗੇ? ਤਾਂ ਜੋ ਵੀ ਗੁਰੂ ਤੋਂ ਫਿਟਕਾਰਿਆ ਹੋਇਆ ਬੇਮੁਖ ਹੈ ਉਹ ਭਟਕਦਾ ਫਿਰਦਾ ਹੈ, ਕਿਉਂਕਿ ਉਹਦੀ ਜ਼ਿੰਦਗੀ ਦਾ ਕੋਈ ਗੋਲ ਨਹੀਂ ਹੈ। ਭਈ ਪ੍ਰਾਪਤ ਮਾਨੁਖ ਦੇ ਗੁਰੀਆ ਵਾਲਾ, ਪੇੜ ਮੁੰਡਾਹੂ ਕੱਟਿਆ ਤਿਸ ਡਾਲ ਸੁਕੰਦੇ। ਇਹਨੂੰ ਡੱਡਾ ਨਹੀਂ ਬੋਲਣਾ, ਢੱਡਾ ਬੋਲਣ ਦਾ ਯਤਨ ਕਰਨਾ ਹੈ। ਪੇੜ ਮੁੰਡਾਹੂ ਕੱਟਿਆ ਤਿਸ ਡਾਲ ਸੁਕੰਦੇ। ਕਟਿਆ ਨਹੀਂ ਬੋਲਣਾ, ਕੱਟਿਆ। ਕੱਟਿਆ ਦਾ ਮਤਲਬ ਵੱਢਿਆ ਜਾਏ, ਪੇਟ ਦਾ ਮਤਲਬ ਬੂਟਾ। ਜਿਹੜਾ ਰੁੱਖ ਕੱਟਿਆ ਜਾਏ ਮੁੱਢ ਤੋਂ, ਉਹਦੇ ਟਹਿਣੇ ਵੀ ਸੁੱਕ ਜਾਂਦੇ ਨੇ। ਜੇ ਪੇੜ ਪੁੱਟ ਦਿੱਤਾ ਜਾਏ, ਜੜਾਂ ਤੋਂ ਕੱਟ ਦਿੱਤਾ ਜਾਏ ਤਾਂ ਉਹਦੇ ਟਹਿਣੇ ਸੁੱਕ ਜਾਣਗੇ, ਕਿਉਂਕਿ ਜੜਾਂ ਦੇ ਵਿੱਚੋਂ ਰਸ ਜਾ ਰਿਹਾ ਹੈ, ਤਣੇ ਰਾਹੀਂ ਰਸ ਜਾ ਰਿਹਾ ਹੈ। ਟਹਿਣੇ, ਟਹਿਣੀਆਂ, ਪੱਤੇ, ਫੁੱਲ ਹਰੇ ਨੇ, ਤੇ ਜੇ ਉਹਨੂੰ ਕੱਟ ਦਿੱਤਾ ਜਾਏ ਜੜਾਂ ਨਾਲੋਂ, ਤੇ ਕਵੀਏ ਤੇ ਅਸੀਂ ਕੱਟਿਆ ਤੇ ਤਣਾ ਹੈ, ਟਹਿਣੇ ਸੁੱਕੇ ਹਰੇ ਰਹੀ ਜਾਣ, ਟਹਿਣਿਆਂ ਨੂੰ ਫਲ ਲੱਗੀ ਜਾਏ। ਟਹਿਣਿਆਂ ਨੂੰ ਅਸੀਂ ਥੋੜੀ ਕੁਛ ਕਿਹਾ ਹੈ ਯਾਰ, ਮੈਂ ਤੇ ਪੱਤਿਆਂ ਨੂੰ ਕੁਛ ਕਿਹਾ ਹੀ ਨਹੀਂ। ਟਹਿਣੀਆਂ ਐਵੇਂ ਸੁੱਕੀ ਜਾਂਦੀਆਂ ਨੇ, ਪੱਤੇ ਐਵੇਂ ਸੁੱਕੀ ਜਾ ਰਹੇ ਨੇ, ਫਲ ਐਵੇਂ, ਫੁੱਲ ਐਵੇਂ ਮੁਰਝਾ ਗਏ ਨੇ। ਮੈਂ ਤਾਂ ਸਿਰਫ ਤਣਾ ਕੱਟਿਆ ਸੀ। ਤਾਂ ਤਣਾ ਕੱਟੋਗੇ ਤਾਂ ਟਹਿਣੇ ਸੁੱਕ ਜਾਣਗੇ। ਇਸੇ ਤਰ੍ਹਾਂ ਗੁਰੂ ਦੇ ਨਾਲ ਸਾਡਾ ਸੰਬੰਧ ਹੈ। ਜੇ ਸਾਡੀ ਮੈਂਟੈਲਿਟੀ, ਸਾਡੀ ਸੋਚ ਸੱਚ ਨਾਲੋਂ ਕੱਟ ਦਿੱਤੀ ਜਾਏ, ਰੱਬੀ ਹੁਕਮ ਦੇ ਨਾਲੋਂ ਕੱਟ ਦਿੱਤੀ ਜਾਏ, ਤਾਂ ਉਹਦੇ ਸਾਰੇ ਟਹਿਣੇ ਟਹਿਣੇ ਸੁੱਕ ਜਾਣਗੇ। ਅੱਖਾਂ, ਨੱਕ, ਕੰਨ ਸਭ ਸੁੱਕ ਜਾਣਗੇ। ਸੁੱਕਣ ਦਾ ਮਤਲਬ ਇਹ ਨਹੀਂ ਕਿ ਅੱਖਾਂ ਅੰਨੀਆਂ ਹੋ ਜਾਣਗੀਆਂ ਤੇ ਕੰਨ ਸੁੰਨੋ ਰਹਿ ਜਾਣਗੇ, ਐਸਾ ਨਹੀਂ ਹੈ। ਉਹਦੀਆਂ ਅੱਖਾਂ ਦੇ ਵਿੱਚ ਵਿਕਾਰ ਆ ਜਾਣਗੇ, ਉਹਦੀਆਂ ਅੱਖਾਂ ਦੇ ਅੰਦਰ ਪਿਆਰ ਨਹੀਂ ਰਹੇਗਾ, ਇਨਸਾਨੀਅਤ ਨਹੀਂ ਰਹੇਗੀ, ਉਹਦੇ ਕੰਨਾਂ ਵਿੱਚ ਸੱਚ ਨਹੀਂ ਰਹੇਗਾ, ਉਹਦੀ ਜ਼ਬਾਨ ਤੇ ਸੱਚ ਨਹੀਂ ਰਹੇਗਾ, ਉਹਦੇ ਹੱਥਾਂ ਵਿੱਚ ਇਮਾਨਦਾਰੀ ਨਹੀਂ ਰਹੇਗੀ, ਉਹਦੇ ਪੈਰ ਸੱਚੇ ਪਾਸੇ ਨਹੀਂ ਤੁਰਨਗੇ, ਉਹਦੇ ਜੀਵਨ ਦੇ ਅੰਦਰ ਖੁਸ਼ੀਆਂ ਨਹੀਂ ਰਹਿਣਗੀਆਂ, ਉਹਦੇ ਅੰਦਰ ਆਨੰਦ, ਖੇੜਾ, ਪ੍ਰਸੰਨਤਾ, ਚੜ੍ਹਦੀ ਕਲਾ ਨਹੀਂ ਰਹੇਗੀ। ਉਹਦਾ ਜੀਵਨ ਮੁਰਝਾ ਜਾਏਗਾ, ਉਹਦੇ ਜੀਵਨ ਵਿੱਚ ਬਸੰਤ ਬਹਾਰ ਨਹੀਂ ਰਹੇਗੀ। ਕਿਤੇ ਜਿਹੜਾ ਪੇੜ ਕੱਟਿਆ ਜਾਏਗਾ। ਇਸ ਲਈ ਜੇ ਆਪਣੇ ਮੂਲ ਦੇ ਨਾਲੋਂ ਕੱਟੇ ਗਏ ਤਾਂ ਉਹ ਕਦੇ ਸੁਖੀ ਔਰ ਸ਼ਾਂਤ ਨਹੀਂ ਹੋ ਸਕਦੇ। ਹੁਣ ਗੁਰੂ ਦੀ ਵਡਿਆਈ ਦੱਸ ਰਹੇ ਨੇ, ਸ਼ਲੋਕ ਮਹਿਲਾ ਚੌਥਾ। ਅੰਤਰ ਹਰ ਗੁਰੂ ਧਿਆਏਂਦਾ ਵੱਡੀ ਵਡਿਆਈ। ਸ਼੍ਰੋਮਣੀ ਕਮੇਟੀ ਦੇ ਵਿਦਵਾਨਾਂ ਨੇ ਵੀ ਇਸ ਦਾ ਅਰਥ ਕੀਤਾ ਹੈ, ਗੁਰੂ ਆਪਣੇ ਅੰਦਰ ਹਰੀ ਨੂੰ ਧਿਆਉਂਦਾ ਹੈ। ਭਾਈ ਸਾਹਿਬ ਸਿੰਘ ਜੀ ਇਸ ਦਾ ਅਰਥ ਕਰਦੇ ਨੇ, ਸਤਿਗੁਰ ਦੀ ਵੱਡੀ ਵਡਿਆਈ ਹੈ ਕਿਉਂਕਿ ਉਹ ਹਰੀ ਨੂੰ ਸਿਮਰਦਾ ਹੈ, ਯਾਦ ਰੱਖਦਾ ਹੈ। ਤੇ ਡਾਕਟਰ ਮੋਹਨ ਸਿੰਘ ਜੀ ਅਰਥ ਕਰ ਰਹੇ ਨੇ, ਮਹਾਨ ਹੈ ਮਹਾਨਤਾ ਗੁਰਾਂ ਦੀ ਜੋ ਆਪਣੇ ਹਿਰਦੇ ਅੰਦਰ ਵਾਹਿਗੁਰੂ ਦਾ ਆਰਾਧਨ ਕਰਦੇ ਨੇ। ਯਾਨੀ ਗੁਰੂ ਦੀ ਵੱਡੀ ਵਡਿਆਈ ਹੈ। ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ ਹੈ, ਗੁਰੂ ਰੱਬ ਦੇ ਨਾਲੋਂ ਕਦੇ ਵੀ ਨਹੀਂ ਟੁੱਟਿਆ। ਗੁਰੂ ਔਰ ਪਰਮੇਸ਼ਰ ਇੱਕ ਹੈ। ਤੇ ਗੁਰੂ ਦੀ ਵਡਿਆਈ ਵੱਡੀ ਇਹ ਵੀ ਹੈ ਕਿ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ ਉਹ ਇਨਸਾਨ ਵੀ ਰੱਬ ਦੇ ਨਾਲ ਜੁੜ ਜਾਂਦਾ ਹੈ। ਉਸ ਦਿੱਤੀ ਪੂਰੈ ਸਤਿਗੁਰੂ, ਘਟੈ ਨਾਹੀ ਇੱਕ ਤਿਲ ਕਿਸੇ ਦੀ ਕਟਾਈ। ਤੁਸ ਦਾ ਮਤਲਬ ਹੈ ਤਰੁੱਠ ਕੇ, ਪ੍ਰਸੰਨ ਹੋ ਕੇ। ਪੂਰੇ ਸਤਿਗੁਰੂ ਨੇ, ਪੂਰੇ ਪ੍ਰਭੂ ਨੇ ਸਤਿਗੁਰੂ ਨੂੰ ਪ੍ਰਸੰਨ ਹੋ ਕੇ ਵਡਿਆਈ ਬਖਸ਼ੀ ਹੈ। ਘਟੈ ਨਾਹੀ ਇੱਕ ਤਿਲ ਕਿਸੇ ਦੀ ਕਟਾਈ। ਇਹ ਜਿਹੜੀ ਵਡਿਆਈ ਹੈ ਇੱਕ ਤਿਲ ਮਾਤਰ ਵੀ ਕਿਸੇ ਦੇ ਘਟਾਇਆ ਘਟਦੀ ਨਹੀਂ ਹੈ। ਕਿ ਜੇ ਕੋਈ ਦੁਨੀਆਦਾਰ ਕਹਿਣ ਲੱਗ ਜਾਣ, ਗੁਰੂ ਨਾਨਕ ਪਾਤਸ਼ਾਹ ਜੀ ਜੇ ਕੋਈ ਖਿਲਾਫ ਬੋਲਣ ਲੱਗ ਜਾਏ ਤਾਂ ਉਹਦੇ ਖਿਲਾਫ ਬੋਲਣ ਨਾਲ ਕੁਛ ਨਹੀਂ ਹੋਣਾ। ਗੁਰੂ ਦੀ ਫਿਲਾਸਫੀ ਦੇ ਖਿਲਾਫ ਜੇ ਕੋਈ ਬੋਲੇ
ਤਾਂ ਉਹਦੇ ਬੋਲਣ ਦਾ ਕੋਈ ਮੁੱਲ ਨਹੀਂ ਹੈ, ਕਿਉਂਕਿ ਗੁਰਮਤ ਦੇ ਅੰਦਰ ਜੋ ਬਚਨ ਕਹੇ ਨੇ ਉਹ ਯੂਨੀਵਰਸਲ ਟਰੂਥ ਨੇ, ਮਨੋਵਿਗਿਆਨਿਕ ਤੌਰ ਤੇ ਉਹ ਅਟਲ ਸੱਚਾਈਆਂ ਨੇ। ਤਾਂ ਇਹ ਵਡਿਆਈ ਗੁਰੂ ਦੀ ਕਿਸੇ ਦੇ ਘਟਾਇਆ ਘਟਦੀ ਨਹੀਂ ਹੈ। ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ, ਤਾਂ ਝੱਕ ਝੱਕ ਮਰੈ ਸਭ ਲੁਕਾਈ। ਹੁਣ ਇਹਨੂੰ ਲੁਕਾਈ ਪੜਨਾ ਹੈ। ਅਸਲ ਸ਼ਬਦ ਹੈ ਲੋਕਾਈ, ਲੋਕ, ਲੱਲੇ ਦੇ ਉੱਤੇ ਹੋੜਾ। ਸ਼ੁੱਧ ਸ਼ਬਦ ਹੈ ਲੋਕਾਈ, ਲੇਕਿਨ ਲੱਲੇ ਦੇ ਥੱਲੇ ਲੱਗਾ ਹੋਇਆ ਹੈ ਔਂਕੜ। ਇਹਨੂੰ ਪੜਨਾ ਹੈ ਲੁਕਾਈ, ਕਿਉਂਕਿ ਕਾਵ ਤੋਲ ਪੂਰਾ ਕਰਨ ਵਾਸਤੇ ਲੱਲੇ ਥੱਲੇ ਔਂਕੜ ਲਗਾਇਆ ਗਿਆ ਹੈ। ਜਦੋਂ ਸੱਚਾ ਖਸਮ ਪ੍ਰਭੂ ਸਤਿਗੁਰ ਦਾ ਅੰਗ ਪਾਲਦਾ ਹੈ, ਸਾਰੀ ਦੁਨੀਆ ਭਾਵੇਂ ਪਈ ਚਖਾ ਮਾਰੇ, ਸਤਿਗੁਰ ਦਾ ਕੁਝ ਵਿਗਾੜ ਨਹੀਂ ਸਕਦੀ। ਹੁਣ ਇਹਨੂੰ ਸਮਝਣਾ ਹੈ, ਕਿਉਂਕਿ ਗੁਰੂ ਦੀ ਜੋ ਬਾਣੀ ਹੈ ਉਹ ਰੱਬੀ ਰਜ਼ਾ ਦੀ ਗੱਲ ਕਰਦੀ ਹੈ ਕਿ ਰੱਬੀ ਰਜ਼ਾ ਤੋਂ ਉਲਟ ਕੁਝ ਹੋ ਨਹੀਂ ਸਕਦਾ। ਸਭ ਕੁਝ ਰੱਬੀ ਰਜ਼ਾ ਦੇ ਅੰਦਰ ਹੈ। ਉਤਪत्ति, ਲਹਿਤਾ, ਪਾਲਣਾ, ਸੰਚਾਲਨ ਸਭ ਰਜ਼ਾ ਦੇ ਵਿੱਚ ਹੈ। ਤੇ ਜੇ ਕੋਈ ਬੰਦਾ ਇਹ ਕਹੇ ਕਿ ਨਹੀਂ ਰਜ਼ਾ ਤੋਂ ਉਲਟ ਵੀ ਕੁਝ ਹੋ ਸਕਦਾ ਹੈ, ਤਾਂ ਝਖਾ ਮਾਰਦਾ ਰਿਹਾ, ਗੱਲ ਹੋਣੀ ਨਹੀਂ ਨਾ ਕਦੇ। ਨਿੰਦਕਾਂ ਕੇ ਮੂੰਹ ਕਾਲੇ ਕਰੇ, ਹਰ ਕਰਤਾ ਆਪ ਵਧਾਈ। ਕਰਤੇ ਦਾ ਮਤਲਬ ਕਰਤੇ ਨੇ, ਵਧਾਈ ਦਾ ਮਤਲਬ ਵਡਿਆਈ ਵਧਾਈ ਹੈ। ਸਤਿਗੁਰ ਦੀ ਵਡਿਆਈ ਸਿਰਜਣਹਾਰ ਨੇ ਆਪ ਵਧਾਈ ਹੈ ਤੇ ਦੋਖੀਆਂ ਦੇ ਮੂੰਹ ਕਾਲੇ ਕੀਤੇ ਨੇ। ਇੱਥੇ ਹੁਣ ਮੂੰਹ ਕਾਲੇ ਕਰਨ ਦਾ ਮਤਲਬ ਇਹ ਨਹੀਂ ਕਿ ਮੂੰਹ ਦੇ ਉੱਤੇ ਕਾਲਖ ਮਲੀ ਜਾਂਦੀ ਹੈ, ਕਿ ਅੰਦਰੋਂ ਕਾਲਾ ਤੇਲ ਲਿਆ ਕੇ ਮੂੰਹ ਤੇ ਮਲ ਦਿੱਤਾ ਜਾਂ ਤਵਾ ਮਲ ਦਿੱਤਾ, ਉਹ ਨਹੀਂ ਹੈ। ਮੂੰਹ ਕਾਲੇ ਦਾ ਮਤਲਬ ਕਿ ਉਹਨਾਂ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ ਹੈ। ਉਹ ਸੱਚ ਦੇ ਸਾਹਮਣੇ ਅੜ ਨਹੀਂ ਸਕਦੇ, ਉਹ ਸੱਚ ਦੇ ਖਿਲਾਫ ਕੋਈ ਪ੍ਰੂਫ ਜਿਹੜਾ ਹੈ ਪੇਸ਼ ਕਰ ਨਹੀਂ ਸਕਦੇ। ਆਖਿਰ ਉਹਨਾਂ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ ਹੈ। ਉਹਨਾਂ ਦੀ ਇਨਸਲਟ ਹੁੰਦੀ ਹੈ ਜਦੋਂ ਉਹਨਾਂ ਨੂੰ ਸੱਚ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਉਂ-ਜਿਉਂ ਨਿੰਦਕ ਨਿੰਦ ਕਰਹਿ, ਤਿਉਂ-ਤਿਉਂ ਨਿਤ-ਨਿਤ ਚੜ੍ਹੈ ਸਵਾਈ। ਸਵਾਈ ਦਾ ਮਤਲਬ ਵੱਧਦੀ ਹੈ, ਸਵਾਈ ਚੜ੍ਹੇ ਦਾ ਮਤਲਬ ਹੋਰ ਵੱਧਦੀ ਹੈ। ਜਿਵੇਂ ਜਿਵੇਂ ਨਿੰਦਕ ਮਨੁੱਖ ਸਤਿਗੁਰ ਦੀ ਨਿੰਦਾ ਕਰਦੇ ਨੇ, ਤਿਵੇਂ ਤਿਵੇਂ ਸਤਿਗੁਰ ਦੀ ਵਡਿਆਈ ਹੋਰ ਵੱਧਦੀ ਹੈ। ਹੁਣ 2 ਮਿੰਟ ਵਾਸਤੇ ਜੇ ਮੈਂ ਗੁਰਮਤ ਦੇ ਕੁਝ ਉਲਟ ਗੱਲ ਕਰਾਂ, ਤਾਂ ਕੀ ਤੁਸੀਂ ਕਲਾਸ ਦੇ ਸਾਰੇ ਵਿਦਿਆਰਥੀ ਉਸ ਗੱਲ ਨੂੰ ਸੁਣ ਲੋਗੇ? ਬਿਲਕੁਲ ਵੀ ਨਹੀਂ। ਜਿੰਨੇ ਵੀ ਤੁਸੀਂ ਇਸ ਟਾਈਮ ਕਲਾਸ ਦੇ ਵਿੱਚ ਹੋ, ਇੱਕ ਸੁਰ ਦੇ ਨਾਲ ਕਹੋਗੇ ਕਿ ਭਾਈ ਸਾਹਿਬ ਤੁਸੀਂ ਇੱਥੇ ਗਲਤ ਕਹਿ ਰਹੇ ਹੋ, ਗੁਰਮਤ ਸਾਨੂੰ ਇਹ ਕਹਿੰਦੀ ਹੈ। ਤਾਂ ਗੁਰੂ ਦੀ ਵਡਿਆਈ ਵਧੀ ਨਾ। ਜਿਵੇਂ ਜਿਵੇਂ ਕੋਈ ਨਿੰਦਿਆ ਕਰੇਗਾ ਤਾਂ ਗੁਰੂ ਦੀ ਵਡਿਆਈ ਸਗੋਂ ਹੋਰ ਵੱਧਦੀ ਹੈ, ਘਟਦੀ ਨਹੀਂ ਹੈ। ਜਨ ਨਾਨਕ ਹਰ ਆਰਾਧਿਆ, ਤਿੰਨ ਪੈਰੀ ਆਣ ਸਭ ਪਾਈ। ਤਿੰਨ ਦਾ ਮਤਲਬ ਉਸ ਪ੍ਰਭੂ ਨੇ, ਆਣ ਦਾ ਮਤਲਬ ਲਿਆ ਕੇ, ਸਭ ਦਾ ਮਤਲਬ ਸਾਰੀ ਲੁਕਾਈ। ਹੇ ਦਾਸ ਨਾਨਕ, ਸਤਿਗੁਰ ਨੇ ਹਰੀ ਨੂੰ ਆਰਾਧਿਆ ਹੈ, ਹਰੀ ਦੀ ਰਜ਼ਾ ਪਾਣੇ ਵਿੱਚ ਤੁਰੇ ਨੇ। ਤਾਂ ਇਸ ਲਈ ਪ੍ਰਭੂ ਨੇ ਸਾਰੀ ਲੁਕਾਈ ਗੁਰੂ ਦੇ ਚਰਨਾਂ ਵਿੱਚ ਆ ਕੇ ਝੁਕਾ ਦਿੱਤੀ ਹੈ। ਭਾਵ ਕਿ ਗੁਰੂ ਦੀ ਸੱਚਾਈ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਹੈ ਔਰ ਕਰਨਾ ਪਵੇਗਾ। ਮਹਿਲਾ ਚੌਥਾ। ਸਤਿਗੁਰ ਸੇਤੀ ਗਣਤ ਜੇ ਰੱਖੈ, ਹਲਤ ਪਲਤ ਸਭ ਤਿਸ ਕਾ ਗਿਆ। ਹਲਤ ਪਲਤ ਦਾ ਮਤਲਬ ਸਾਰਾ ਜੀਵਨ। ਗਣਤ ਦਾ ਮਤਲਬ ਹੈ ਕਿੜ, ਵੈਰ। ਜੋ ਮਨੁੱਖ ਸਤਿਗੁਰ ਦੇ ਨਾਲ ਕਿੜ ਰੱਖਦਾ ਹੈ, ਵੈਰ ਰੱਖਦਾ ਹੈ, ਵਿਰੋਧ ਰੱਖਦਾ ਹੈ, ਹਲਤ ਪਲਤ ਸਭ ਤਿਸ ਕਾ ਗਿਆ, ਉਹਦਾ ਸਾਰਾ ਜੀਵਨ ਬੇਕਾਰ ਹੋ ਜਾਂਦਾ ਹੈ। ਉਹਦਾ ਸਾਰਾ ਸਮਾਂ, ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ। ਨਿਤ ਝਈਆਂ ਪਾਏ, ਝੱਗੂ ਸੁੱਟੇ, ਚਖਦਾ ਚਖਦਾ ਝੜ ਪਿਆ। ਝਈਆਂ ਪਾਏ ਦਾ ਮਤਲਬ ਹਲਕੇ ਕੁੱਤੇ ਵਾਂਗੂ ਦੰਦ ਪੀਂਦਾ ਹੈ। ਜਿਵੇਂ ਹਲਕਾ ਕੁੱਤਾ ਹੋਵੇ ਨਾ, ਦੰਦ ਕੱਢ ਕੱਢ ਕੇ ਪੀਂਦਾ ਹੈ, ਉਹਨੂੰ ਦੰਦ ਪੀਣ ਨੂੰ ਕਹਿੰਦੇ ਨੇ ਝਈਆਂ ਪਾਏ। ਝੱਗੂ ਸੁੱਟੇ, ਹਲਕੇ ਕੁੱਤਾ ਝੱਗ ਸੁੱਟਦਾ ਹੈ, ਨਾਲੇ ਭੌਂਕਦਾ ਹੈ, ਨਾਲੇ ਦੰਦ ਕੱਢਦਾ ਹੈ, ਨਾਲੇ ਝੱਗ ਸੁੱਟਦਾ ਹੈ। ਤਾਂ ਐਵੇਂ ਜਿਹੜਾ ਗੁਰੂ ਦੇ ਵਿਰੋਧ ਵਿੱਚ ਬੋਲਣ ਵਾਲਾ ਬੰਦਾ ਹੈ ਨਾ, ਜਿਸ ਦੀ ਜ਼ਿੰਦਗੀ ਵਿੱਚ ਸੱਚ ਨਹੀਂ ਹੈ, ਸੱਚ ਦਾ ਜੋ ਵਿਰੋਧੀ ਹੈ, ਜਦੋਂ ਕੋਈ ਸੱਚ ਦੀ ਗੱਲ ਕਰਦਾ ਹੈ ਤਾਂ ਉਹ ਨਿੰਦਕ ਹਲਕੇ ਕੁੱਤੇ ਦੀ ਤਰ੍ਹਾਂ ਕਚੀਚੀਆਂ ਵੱਟਦਾ ਹੈ, ਝਈਆਂ ਪਾਏ, ਕਚੀਚੀਆਂ ਵੱਟਦਾ ਹੈ। ਝੱਗੂ ਸੁੱਟੇ ਯਾਨੀ ਮਾੜੇ ਬੋਲ ਬੋਲਦਾ ਹੈ। ਝਖਦਾ ਝਖਦਾ ਝੜ ਪਿਆ। ਝਖਦਾ ਝਖਦਾ ਦਾ ਮਤਲਬ ਖੱਪਦਾ ਖੱਪਦਾ। ਝੜ ਪਿਆ ਦਾ ਮਤਲਬ ਮਰ ਜਾਂਦਾ ਹੈ, ਆਤਮਿਕ ਮੌਤ ਸਹਿੜ ਲੈਂਦਾ ਹੈ।
ਐਵੇਂ ਉਹ ਚੀਚੀਆਂ ਵੱਟਦਾ, ਦੁਰਬਚਨ ਬੋਲਦਾ, ਖਪਦਾ ਆਤਮਕ ਮੌਤ ਤੇ ਮਰ ਜਾਂਦਾ ਹੈ, ਪਰ ਉਹਦਾ ਕੁਛ ਵੱਟੀ ਦਾ ਨਹੀਂ। ਨਿਤ ਉਪਾਵ ਕਰੇ ਮਾਇਆ ਧਨ ਕਾਰਨ, ਅਗਲਾ ਧਨ ਵੀ ਉੱਡ ਗਿਆ। ਮਾਇਆ ਵਾਸਤੇ ਉਪਾਵ ਕਰਦਾ ਹੈ, ਬੜੇ ਵਿਉਂਤਾਂ ਬਣਾਉਂਦਾ ਹੈ ਮਾਇਆ ਦੇ ਕਰਕੇ, ਧਨ ਦੇ ਕਰਕੇ, ਕਿ ਮੇਰੇ ਕੋਲ ਧਨ ਆਵੇ, ਮੇਰੇ ਕੋਲ ਮਾਇਆ ਆਵੇ। ਤੇ ਚਾਹੁੰਦਾ ਕਾਦੇ ਵਾਸਤੇ ਵੀ? ਕਿ ਮੇਰੀ ਜ਼ਿੰਦਗੀ ਵਿੱਚ ਸੁੱਖ ਹੋਏ। ਅਸੀਂ ਇਸੇ ਕਰਕੇ ਚਾਹੁੰਦੇ ਨਾ ਕਿ ਸਾਡੇ ਜੀਵਨ ਵਿੱਚ ਸੁੱਖ ਹੋਵੇ, ਸ਼ਾਂਤੀ ਹੋਵੇ। ਹੁਣ ਜਿੰਨੇ ਵੀ ਅਸੀਂ ਕਲਾਸ ਵਿੱਚ ਵੀਰ ਬੈਠੇ ਹਾਂ, ਕੁਛ ਕੈਨੇਡਾ, ਕੁਛ ਅਮਰੀਕਾ, ਜਰਮਨ ਜਾਂ ਇੰਗਲੈਂਡ ਤੋਂ, ਤੇ ਅਸੀਂ ਇੰਡੀਆ ਨੂੰ ਛੱਡ ਕੇ ਇਹਨਾਂ ਦੇਸ਼ਾਂ ਵਿੱਚ ਕਿਉਂ ਆ ਗਏ? ਧਨ ਕਰਕੇ ਨਾ, ਕਿ ਉੱਥੇ ਗੁਜ਼ਾਰਾ ਨਹੀਂ ਸੀ ਹੁੰਦਾ ਠੀਕ ਢੰਗ ਨਾਲ, ਕਿ ਇੱਥੇ ਸਹੂਲਤਾਂ ਮਿਲਣਗੀਆਂ, ਖੁਸ਼ੀ ਮਿਲੇਗੀ, ਸੁੱਖ ਮਿਲੇਗਾ। ਇਸੇ ਕਰਕੇ ਨਾ ਹੁਣ ਕਿਸੇ ਵੀ ਦੇਸ਼ ਵਿੱਚ, ਕੋਈ ਇੰਡੀਆ ਵਿੱਚ ਹੈ ਜਾਂ ਵਿਦੇਸ਼ਾਂ ਵਿੱਚ ਹੈ, ਕੋਈ ਦੁਕਾਨ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ, ਨੌਕਰੀ ਪੇਸ਼ਾ ਕਰ ਰਿਹਾ ਹੈ, ਵਪਾਰ ਕਰ ਰਿਹਾ ਹੈ, ਇਸੇ ਕਰਕੇ ਨਾ ਕਿ ਖੁਸ਼ੀ ਮਿਲੇ। ਤੇ ਮਨਮੁਖ ਵੀ ਐਵੇਂ ਹੀ ਕਰਦਾ ਹੈ। ਅਗਲਾ ਧਨ ਵੀ ਉੱਡ ਗਿਆ, ਉਹਦਾ ਪਹਿਲਾ ਧਨ ਵੀ ਉੱਡ ਜਾਂਦਾ ਹੈ। ਯਾਨੀ ਪਹਿਲੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਵੀ ਖਤਮ ਹੋ ਜਾਂਦੀਆਂ ਨੇ, ਅਗਲੀਆਂ ਖੁਸ਼ੀਆਂ ਮਿਲਦੀਆਂ ਨਹੀਂ। ਜਿਹੜੀਆਂ ਕੁ ਚਾਰ ਹੁੰਦੀਆਂ ਨੇ ਉਹ ਵੀ ਗਵਾ ਪੈਂਦਾ ਗੁਰੂ ਦੀ ਵਿਰੋਧਤਾ ਕਰ ਕਰਕੇ। ਕਿਆ ਉਹ ਖੱਟੇ, ਕਿਆ ਉਹ ਖਾਵੇ, ਜਿਸ ਅੰਦਰ ਸਹਿਸਾ ਦੁੱਖ ਪਿਆ। ਸਹਿਸਾ ਦਾ ਮਤਲਬ ਤੌਖਲਾ, ਸ਼ੱਕ, ਨਿਸ਼ਚਾ ਨਾ ਹੋਣਾ। ਜਿਸ ਮਨੁੱਖ ਦੇ ਹਿਰਦੇ ਵਿੱਚ ਝੋਰਾ ਸਾੜਾ ਹੋਵੇ, ਉਹਨੇ ਕੀ ਖੱਟਣਾ ਔਰ ਕੀ ਖਾਣਾ ਪੀਣਾ। ਯਾਨੀ ਉਹਦਾ ਖਾਣਾ ਪੀਣਾ ਖੱਟਣਾ ਸਾਰਾ ਬੇਕਾਰ ਹੈ। ਜਿਹਦੇ ਅੰਦਰ ਝੋਰਾ ਹੈ, ਜਿਹਦੇ ਅੰਦਰ ਸਾੜਾ ਹੈ, ਜੇ ਬੰਦਾ ਸੜਦਾ ਹੀ ਫਿਰਦਾ ਹੈ, ਜੇ ਅੰਦਰ ਚਿੰਤਾ ਦੇ ਵਿੱਚ ਹੀ ਸੜ ਰਿਹਾ ਹੈ, ਤੇ ਉਹਦੇ ਧਨ ਦਾ, ਉਹਦੇ ਖੱਟਣ ਕਮਾਉਣ ਦਾ ਲਾਭ ਕੀ ਹੋਇਆ, ਜੇ ਜੀਵਨ ਦੇ ਵਿੱਚ ਖੁਸ਼ੀ ਹੀ ਨਹੀਂ ਹੈ। ਤੇ ਖੁਸ਼ੀ ਆਉਣੀ ਹੈ ਸੱਚ ਕਰਕੇ, ਖੁਸ਼ੀ ਆਉਣੀ ਹੈ ਚੰਗੀ ਸੋਚ ਕਰਕੇ। ਨਿਰਵੈਰੈ ਨਾਲ ਜੇ ਵੈਰ ਰਚਾਏ, ਸਭ ਪਾਪ ਜਗਤੈ ਕਾ ਤਿੰਨ ਸਿਰ ਲਿਆ। ਸਿਰ ਦਾ ਮਤਲਬ ਸਿਰ ਤੇ। ਜੋ ਮਨੁੱਖ ਨਿਰਵੈਰ ਦੇ ਨਾਲ ਵੈਰ ਕਰਦਾ ਹੈ ਨਾ, ਉਹ ਸਾਰੇ ਸੰਸਾਰ ਦਾ ਪਾਪ ਆਪਣੇ ਸਿਰ ਦੇ ਉੱਤੇ ਲੈ ਲੈਂਦਾ ਹੈ। ਯਾਨੀ ਦੁਨੀਆ ਦਾ ਸਭ ਤੋਂ ਵੱਡਾ ਪਾਪੀ ਬੰਦਾ ਉਹ ਹੈ ਜੋ ਕਿਸੇ ਨਿਰਵੈਰ ਦੇ ਨਾਲ ਵੀ ਵੈਰ ਕਰਦਾ ਹੈ। ਕੋਈ ਐਸੀ ਜ਼ਿੰਦਗੀ ਜੀ ਰਿਹਾ ਬੰਦਾ ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਈਰਖਾ ਨਹੀਂ, ਕੋਈ ਦੁਆਸ਼ ਨਹੀਂ, ਜੋ ਸਾਰਿਆਂ ਦਾ ਭਲਾ ਲੋਚਦਾ ਹੈ। ਤੇ ਜੇ ਬੰਦਾ ਕੋਈ ਉਹਦੇ ਵੀ ਵਿਰੋਧ ਵਿੱਚ ਬੋਲੇ, ਉਹਦੇ ਨਾਲ ਵੀ ਵੈਰ ਕਮਾਏ, ਤਾਂ ਦੁਨੀਆ ਦਾ ਸਭ ਤੋਂ ਵੱਡਾ ਪਾਪੀ ਹੋਏਗਾ। ਹੁਣ ਗੁਰੂ ਅਰਜਨ ਦੇਵ ਜੀ ਕੀ ਚਾਹੁੰਦੇ ਨੇ? ਕਿ ਮੈਨੂੰ ਰਾਜ ਮਿਲੇ? ਬਿਲਕੁਲ ਵੀ ਨਹੀਂ। ਨਿਰਵੈਰ ਨੇ ਕੋਈ ਵੀ ਆਵੇ, ਲੇਕਿਨ ਕਿੱਡਾ ਵੱਡਾ ਉਹ ਪਾਪੀ ਹੋਏਗਾ ਜਿਸ ਨੇ ਗੁਰੂ ਅਰਜਨ ਦੇਵ ਵਰਗੀ ਸ਼ਖਸੀਅਤ ਨੂੰ ਵੀ ਤੱਤੀ ਤਵੀ ਤੇ ਬਿਠਾਉਣ ਤੋਂ ਸੰਕੋਚ ਨਹੀਂ ਕੀਤਾ। ਇਸੇ ਤਰ੍ਹਾਂ ਅੱਜ ਵੀ ਇਸ ਸਮਾਜ ਦੇ ਅੰਦਰ ਬਹੁਤ ਸਾਰੇ ਐਸੇ ਲੋਕ ਮਿਲ ਜਾਂਦੇ ਨੇ, ਭੋਲੇ ਭਾਲੇ, ਸੱਚੀ ਸੁੱਚੀ ਜ਼ਿੰਦਗੀ ਜੀਣ ਵਾਲੇ, ਪਰ ਕੁਝ ਲੋਕ ਉਹਨਾਂ ਦੇ ਨਾਲ ਵੀ ਵੈਰ ਕਮਾਉਂਦੇ ਨੇ। ਭੋਲੇ ਭਾਲੇ ਲੋਕਾਂ ਦੀ ਪ੍ਰਾਪਰਟੀ ਲੋਕ ਆਪਣੇ ਨਾਮ ਕਰਾ ਲੈਂਦੇ ਨੇ। ਇਸ ਤੋਂ ਵੱਡਾ ਪਾਪ ਕੀ ਹੋ ਸਕਦਾ ਹੈ? ਤਾਂ ਗੁਰੂ ਜੀ ਕਹਿੰਦੇ ਨੇ, ਜੋ ਨਿਰਵੈਰ ਗੁਰੂ ਦੇ ਨਾਲ ਵੀ ਵੈਰ ਕਮਾਉਂਦਾ ਹੈ, ਉਹ ਸਾਰੇ ਜਗਤ ਦਾ ਪਾਪੀ ਹੈ। ਉਸ ਅੱਗੇ ਪਿੱਛੇ ਢੋਈ ਨਹੀਂ, ਜਿਸ ਅੰਦਰ ਨਿੰਦਾ ਮੂੰਹ ਅੰਬ ਪਿਆ। ਅੱਗੇ ਪਿੱਛੇ ਦਾ ਮਤਲਬ ਕਿਤੇ ਵੀ, ਮੂੰਹ ਦਾ ਮਤਲਬ ਮੂੰਹ ਵਿੱਚ, ਅੰਬ ਦਾ ਮਤਲਬ ਮਿਠਾਸ। ਤਾਂ ਗੁਰੂ ਜੀ ਕਹਿੰਦੇ ਨੇ, ਉਹਨੂੰ ਲੋਕ ਪਰਲੋਕ ਵਿੱਚ ਯਾਨੀ ਕਿਤੇ ਵੀ ਕੋਈ ਆਸਰਾ ਨਹੀਂ ਮਿਲਦਾ, ਕਿਤੇ ਵੀ ਉਹਨੂੰ ਸੁੱਖ ਸ਼ਾਂਤੀ ਨਹੀਂ ਮਿਲਦੀ। ਕਿਹਨੂੰ? ਜਿਸ ਅੰਦਰ ਨਿੰਦਾ, ਜਿਸ ਦੇ ਅੰਦਰ ਤੇ ਨਿੰਦਾ ਦਾ ਰੋਗ ਹੈ, ਲੋਕਾਂ ਦੀ ਬਦਖੋਈ ਕਰਦਾ ਹੈ। ਮੂੰਹ ਅੰਬ ਪਿਆ, ਪਰ ਮੂੰਹ ਦੇ ਵਿੱਚ ਅੰਬ ਦੀ ਤਰ੍ਹਾਂ ਹੈ, ਮੂੰਹ ਚੋਂ ਮਿੱਠੇ ਬੋਲ ਬੋਲਦਾ ਹੈ। ਤੁਹਾਡੇ ਸਾਹਮਣੇ ਮਿੱਠੇ ਮਿੱਠੇ ਬੋਲ ਬੋਲੇਗਾ, ਤੇ ਤੁਹਾਡੇ ਸਾਹ ਜਾਣ ਤੋਂ ਬਾਅਦ ਨਾਲ ਦੇ ਨਾਲ ਤੁਹਾਡੀ ਮਿੱਟੀ ਪਲੀਤ ਕਰਨੀ ਸ਼ੁਰੂ ਕਰ ਦੇਵੇਗਾ, ਬਦਖੋਈ ਕਰਨੀ ਸ਼ੁਰੂ ਕਰ ਦੇਵੇਗਾ। ਇਹੋ ਜਿਹੇ ਬੰਦੇ ਨੂੰ ਕਿਤੇ ਢੋਈ ਮਿਲ ਸਕਦੀ ਹੈ? ਢੋਈ ਦਾ ਮਤਲਬ ਸ਼ਾਂਤੀ, ਟਿਕਾਵ। ਇਹੋ ਜਿਹੇ ਮਨੁੱਖ ਦੇ ਮਨ ਨੂੰ ਕਿੱਥੇ ਟਿਕਾਵ ਮਿਲੇਗਾ, ਜਿਹੜਾ ਕਿਸੇ ਦੇ ਮੂੰਹ ਤੇ ਮਿੱਠੇ ਬੋਲ ਬੋਲ ਰਿਹਾ ਹੈ, ਲੇਕਿਨ ਕਿਸੇ ਦੇ ਜਾਣ ਤੋਂ ਬਾਅਦ ਨਿੰਦਾ, ਚੁਗਲੀ, ਬਦਖੋਈ, ਗਾਲਾਂ ਕ੍ਰਿਜਿਆ ਹੋਇਆ ਹੈ, ਉਹਨੂੰ ਕਿੱਥੇ ਟਿਕਾਵ ਮਿਲੇਗਾ? ਨਹੀਂ ਮਿਲੇਗਾ। ਜੇ ਸੋਇਨੇ ਨੂੰ ਉਹ ਹੱਥ ਪਾਏ, ਤਾਂ ਖੇਹੂ ਸੇਤੀ ਰਲ ਗਿਆ। ਇਹੋ ਜਿਹਾ ਖੋਟਾ ਮਨੁੱਖ ਜੇ ਸੋਨੇ ਨੂੰ ਹੱਥ ਪਾਏ, ਤਾਂ ਉਹ ਵੀ ਸਵਾਹ ਦੇ ਨਾਲ ਰਲ ਜਾਂਦਾ ਹੈ। ਆਮ ਇੱਕ ਕਹਾਵਤ ਹੈ ਨਾ, ਕਿ ਸੋਨੇ ਨੂੰ ਹੱਥ ਪਾਇਆ ਸਵਾਹ ਹੋ ਜਾਂਦੀ ਹੈ। ਯਾਨੀ ਆਪਣੇ ਮਨੋਂ ਉਹ ਖੁਸ਼ੀ ਵਾਸਤੇ ਕੰਮ ਕਰਦਾ ਹੈ, ਪਰ ਉਹ ਖੁਸ਼ੀ ਵਾਲਾ ਕੀਤਾ ਕੰਮ ਵੀ ਉਹਦੇ ਵਾਸਤੇ ਦੁਖਦਾਈ ਹੋ ਜਾਂਦਾ। ਉਹ ਜਿਹੜਾ ਵੀ ਕੰਮ ਕਰੇਗਾ ਪੁੱਠਾ ਕਰੇਗਾ, ਕਿਉਂਕਿ ਉਹਦੀ ਅੰਦਰੋਂ ਸੋਚ ਮਾੜੀ ਹੈ। ਤਾਂ ਮਾੜੀ ਸੋਚ ਦੇ ਨਾਲ ਜਿਹੜਾ ਵੀ ਕਰਮ ਕਰੋਗੇ ਉਹ ਪੁੱਠਾ ਪਵੇਗਾ, ਉਹਦਾ ਰਿਜ਼ਲਟ ਗਲਤ ਨਿਕਲੇਗਾ। ਪਰ ਐਸੇ ਬੰਦੇ ਦਾ ਹੁਣ ਇਲਾਜ ਦੱਸਦੇ ਨੇ
कि जे ऐसा बंदा भी चाहे, जे गुर की सरणी फिर ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ। ਗੁਰੂ ਜੀ ਕਹਿੰਦੇ ਨੇ ਗੁਰੂ ਬਖਸ਼ਿੰਦ ਹੈ। ਜੇ ਐਸਾ ਇਨਸਾਨ ਵੀ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਲਵੇ ਤਾਂ ਉਹਦੇ ਪਿਛਲੇ ਔਗਣ ਬਖਸ਼ੇ ਜਾ ਸਕਦੇ ਨੇ। ਮਤਲਬ ਇਹ ਹੈ ਕਿ ਜੇ ਕਿਸੇ ਨੇ ਗਲਤੀ ਨਾਲ ਜਾਣੇ ਅਣਜਾਣੇ ਵਿੱਚ ਇਹੋ ਜਿਹੀ ਜ਼ਿੰਦਗੀ ਬਣਾ ਲਈ ਹੈ ਜੋ ਗੁਰਮਤ ਤੋਂ ਉਲਟ ਹੈ, ਜਿੱਥੇ ਪਾਪ ਨੇ, ਵਿਕਾਰ ਨੇ, ਈਰਖਾ ਹੈ, ਦੁਆਸ਼ ਹੈ, ਵੈਰ ਹੈ, ਵਿਰੋਧ ਹੈ, ਜੇ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਲਵੇ, ਸੋਚ ਨੂੰ ਬਦਲ ਲਵੇ, ਤਾਂ ਉਹਦੀ ਜ਼ਿੰਦਗੀ ਬਦਲ ਸਕਦੀ ਹੈ, ਸੱਜਣ ਦੀ ਤਰ੍ਹਾਂ, ਘੋੜੇ ਦੀ ਤਰ੍ਹਾਂ। ਜਦ ਨਾਨਕ ਅੰਨ ਨਾਮ ਧਿਆਇਆ, ਹਰ ਸਿਮਰਤ ਕਿਲਵਿਕ ਪਾਪ ਗਿਆ। ਨਾਮ ਦਾ ਮਤਲਬ ਹੁਕਮ, ਧਿਆਇਆ ਦਾ ਮਤਲਬ ਧਿਆਨ ਵਿੱਚ ਰੱਖਿਆ। ਗੁਰੂ ਜੀ ਕਹਿੰਦੇ ਨੇ, ਇਹ ਭਾਈ ਜਿਨ੍ਹਾਂ ਨੇ ਨਾਮ ਨੂੰ ਯਾਨੀ ਧਿਆਨ ਹੁਕਮ ਦੇ ਵਿੱਚ ਰੱਖਿਆ, ਜਿਨ੍ਹਾਂ ਦਾ ਧਿਆਨ ਰੱਬੀ ਹੁਕਮ ਵਿੱਚ ਹੈ, ਹਰ ਸਿਮਰਤ ਦਾ ਮਤਲਬ ਰੱਬ ਦੀ ਸਿਫਤ ਸਲਾਹ ਕਰਦੇ ਆ। ਕਿਲਵਿਕ ਪਾਪ, ਉਹਦੇ ਸਾਰੇ ਜਿਹੜੇ ਪਾਪ ਨੇ ਖਤਮ ਹੋ ਗਏ। ਯਾਨੀ ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ ਔਰ ਰੱਬ ਦੀ ਸਿਫਤ ਸਲਾਹ ਕਰਦੇ ਨੇ, ਮਨ ਬਲਕਿ ਗੁਨਾਹ ਦੇ ਧਾਰਨੀ ਨੇ, ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ। ਕਿਉਂਕਿ ਜੀਵਨ ਅੰਦਰ ਮਨੁੱਖੀ ਮਨ ਵਿੱਚ ਇੱਕ ਵਕਤ ਵਿੱਚ ਇੱਕ ਹੀ ਚੀਜ਼ ਰਹਿ ਸਕਦੀ ਹੈ, ਜਾਂ ਸੱਚ ਜਾਂ ਝੂਠ। ਪਹਿਲਾਂ ਪਾਪ ਵਿਕਾਰ ਸਨ, ਪਰ ਹੁਣ ਉਹਨਾਂ ਨੇ ਹੁਕਮ ਅਨੁਸਾਰ ਜ਼ਿੰਦਗੀ ਸ਼ੁਰੂ ਕਰ ਦਿੱਤੀ ਹੈ। ਹੁਣ ਉਹ ਗੁਨਾਹ ਦੇ ਧਾਰਨੀ ਨੇ, ਉਹਨਾਂ ਦੇ ਪਾਪ ਖਤਮ ਹੋ ਜਾਣਗੇ। ਤਾਂ ਜਦੋਂ ਮਰਜ਼ੀ ਬੰਦਾ ਚਾਹੇ ਆਪਣੇ ਜੀਵਨ ਨੂੰ ਬਦਲ ਸਕਦਾ ਹੈ, ਕਦੇ ਵੀ ਤੁਸੀਂ ਯੂ ਟਰਨ ਲੈ ਸਕਦੇ ਹੋ, ਇਹ ਪੋਸੀਬਿਲਿਟੀ ਹੈ। ਤਾਂ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਜੋ ਨਿਰਵੈਰ ਦੇ ਨਾਲ ਵੈਰ ਕਮਾਉਂਦੇ ਨੇ, ਗੁਰੂ ਨਾਲੋਂ ਟੁੱਟ ਜਾਂਦੇ ਨੇ, ਸੱਚ ਨਾਲੋਂ ਟੁੱਟ ਜਾਂਦੇ ਨੇ, ਰੱਬੀ ਰਜ਼ਾ ਨਾਲੋਂ ਟੁੱਟ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦੁੱਖ ਔਰ ਅਸ਼ਾਂਤੀ ਰਹਿੰਦੀ ਹੈ। ਪਰ ਜੇ ਐਸੇ ਦੁਖੀ ਔਰ ਅਸ਼ਾਂਤ ਲੋਕ ਆਪਣੀ ਜ਼ਿੰਦਗੀ ਵਿੱਚ ਸੁਖ ਸ਼ਾਂਤੀ, ਆਨੰਦ ਖੇੜਾ, ਪ੍ਰਸੰਨਤਾ ਚਾਹੁੰਦੇ ਨੇ, ਤਾਂ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਰੱਬੀ ਰਜ਼ਾ ਮੁਤਾਬਕ ਜੀਵਨ ਸ਼ੁਰੂ ਕਰਕੇ ਗੁਨਾਹ ਦੇ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਨੇ। ਅੱਜ ਦੀ ਵਿਚਾਰ ਇੱਥੇ